खालसा वाहिगुरू जी की फतेह। गुरु दर ते हाजिर गुरु खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास की चल रही लड़ीवार कथा का अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। जगत गुरु गुरु नानक साहब महाराज जो जगत जलंदे नूं तारण वास्ते 9 खंड पृथ्वी का उद्धार करने वास्ते आए सन। इस कथा दे विच सतगुरां दी उस 9 खंडां दी यात्रा का जिक्र है, जिहड़ी कथा परसों समाप्त हुई है। इस खंड दे लोग बिल्कुल विपरीत कर्म करते सन। इहदा नाम सी कुरखंड ते विपरीत कर्म इन्हां दे ये सन भी जे कोई बच्चा जमदा सी ते ये रोंदे सन, जे कोई बंदा मरदा सी ते ये खुश हुंदे सन। सतगुरां ने इन्हां नूं पुछया तां बाहर मुखी यही गल तुसी कहोगे, उही गल मैं कहांगा कि जदों जीव जमदा है वो परमात्मा तो विछड़दा है, जदों जीव मरदा है तो उहदा परमात्मा नाल मिलाप हुंदा है। जे कोई जीव परमात्मा तो विछड़े तो उहदा दुख मनाउणा सुभाविक है, होना चाहिए। तो जदों कोई जीव रब नूं मिले तो उहदी खुशी होनी चाहिए है, ये भी सुभाविक है। पर यह कर्म भी जिहड़ा सी इन्हां दा ये उल्ट कर्म सी। सतगुरां ने इस नूं प्रवान नहीं किया। उहदे 2 कारण इस कथा विच आप जी ने सुने ने। एक तो यह है कि जीव आउंदा किवें है, अपने आप तो आउंदा नहीं, घल्ले आ मैं नानका।
ਉਹਦੇ ਭੇਜੇ ਹੋਏ ਜੀਵ ਆਉਂਦੇ ਨੇ। ਹੁਣ ਉਹ ਜੀਵ ਨੂੰ ਭੇਜੇ, ਅਸੀਂ ਅੱਗੋਂ ਪਿੱਠ ਸਿਆਪਾ ਪਾ ਕੇ ਬਹਿ ਜਾਈਏ। ਇਹ ਵੀ ਰੱਬ ਦੇ ਹੁਕਮਾਂ ਦੀ ਅਦੂਲੀ ਹੈ। ਫਿਰ ਦੂਸਰਾ ਹੈ ਸੱਦੇ ਉੱਠੀ ਜਾਹੇ। ਰੱਬ ਵਾਪਸ ਬੁਲਾਵੇ, ਅਸੀਂ ਫਿਰ ਫੂੜੀ ਪਾ ਕੇ ਬਹਿ ਜਾਂਦੇ ਹਾਂ, ਪੂਰੀ ਸੁੱਟ ਕੇ ਬਹਿ ਜਾਂਦੇ ਹਾਂ। ਇਹ ਵੀ ਉਲਟ ਹੈ। ਪਰ ਇੱਥੇ ਇਹ ਲੋਕ ਜਿਹੜੇ ਸੀ, ਇਹਨਾਂ ਬਾਰੇ ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਇਹ ਤਾਂ ਵੱਡੇ ਅਗਿਆਨੀ ਲੋਕ ਨੇ। ਵੇਖੋ, ਦੁਨੀਆ ਦਾ ਇੱਕ ਸੁਭਾਅ ਹੈ ਕਿ ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਵੀ ਘੱਟੋ ਘੱਟ ਕੋਈ ਚੀਜ਼ ਪ੍ਰਾਪਤ ਹੋਈ ਦੀ ਖੁਸ਼ੀ ਤੇ ਕਰੋ। ਪਰ ਜਦੋਂ ਜੀਵ ਜਾਂਦਾ ਹੈ, ਇਹ ਖੁਸ਼ੀ ਕਰਦੇ ਸੀ। ਸਤਿਗੁਰੂ ਕਹਿਣ ਲੱਗੇ ਵੀ ਇਹਦਾ ਕੀ ਲੌਜਿਕ ਕੀ ਹੈ ਤੁਹਾਡਾ, ਇਹਦੇ ਪਿੱਛੇ ਦਲੀਲ ਕੀ ਹੈ, ਅਪੀਲ ਕੀ ਹੈ, ਇਹਦੇ ਪਿੱਛੇ ਤੁਹਾਡੀ ਨਿਸ਼ਠਾ ਗਿਆਨ ਕੀ ਹੈ। ਤਾਂ ਪਤਾ ਲੱਗਿਆ ਜੀ ਬੰਦਾ ਮਰਦਾ ਤੇ ਰੱਬ ਨੂੰ ਮਿਲਦਾ। ਸਤਿਗੁਰੂ ਕਹਿੰਦੇ ਵੀ ਤੁਸੀਂ ਕੀ ਸੋਚਿਆ ਵੀ ਰੱਬ ਨੂੰ ਮਿਲਣਾ ਇੰਨਾ ਸੌਖਾ ਹੈ? ਰੱਬ ਨੂੰ ਮਿਲਣ ਵਾਸਤੇ ਮਨੁੱਖ ਨੂੰ ਸੰਗਤ ਕਰਨੀ, ਸਿਮਰਨ ਕਰਨਾ, ਸੇਵਾ ਕਰਨੀ, ਗੁਰੂ ਦੀ ਮੱਤ ਮੁਤਾਬਕ ਆਪਣੇ ਜੀਵਨ ਨੂੰ ਬਸਰ ਕਰਨਾ, ਇਹ ਅਤ ਜ਼ਰੂਰੀ ਹੈ। ਜੇ ਮਰਨ ਨਾਲ ਰੱਬ ਮਿਲਦਾ ਤੇ ਫਿਰ ਤੇ ਪਾਪੀਆਂ ਨੂੰ ਵੀ ਮਿਲ ਜਾਂਦਾ। ਫਿਰ ਤਾਂ ਕਿਸੇ ਨੇ ਜੀਵਨ ਸੁਧਰ ਕੇ ਜਿਉਣਾ ਹੀ ਨਹੀਂ ਸੀ। ਅੱਜ ਸਾਡੇ ਸਾਹਮਣੇ ਸਭ ਕੁਝ ਵਾਪਰਦਾ ਹੈ। ਜੇ ਮਾੜੇ ਬੰਦਿਆਂ ਨੂੰ ਰੱਬ ਨਾ ਸਜ਼ਾ ਦੇਵੇ ਤੇ ਲੋਕਾਂ ਨੇ ਚੰਗੇ ਨਹੀਂ ਸੀ ਬਣਨਾ, ਇੱਕ ਤੋਂ ਇੱਕ ਮਾੜੇ ਬਣਨਾ ਸੀ ਲੋਕਾਂ ਨੇ। ਪਰ ਜਦੋਂ ਅਸੀਂ ਵੇਖਦੇ ਹਾਂ ਵੀ ਮਾੜੇ ਬੰਦਿਆਂ ਨੂੰ ਸਜ਼ਾਵਾਂ ਮਿਲਦੀਆਂ, ਫਿਰ ਅਸੀਂ ਇੱਕ ਤੋਂ ਇੱਕ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਹ ਕਥਾ ਆਪਾਂ ਨੇ ਪਰਸੋਂ ਤੱਕ ਪੂਰੀ ਸਰਵਣ ਕੀਤੀ ਹੈ ਕਿ ਸਤਿਨਾਮ ਸਿਮਰੋ ਲਿਵ ਲਾਓ, ਜਿਹ ਤੇ ਅਗਰੀ ਇਛ ਪੁਜਾਵੋ, ਹੁਕਮ ਸਤ ਮਾਨੋ ਕਰਤਾਰਾ, ਮਰਨ ਜੀਵਨ ਜਾਨੋ ਇੱਕ ਸਾਰਾ। ਰੱਬ ਦਾ ਹੁਕਮ ਹੈ ਜੰਮਣਾ ਤੇ ਮਰਨਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਉਹਦਾ ਹੁਕਮ ਹੈ। ਉਹਦੇ ਹੁਕਮ ਦੀ ਜੇ ਆਪਾਂ ਤਾਮੀਲ ਨਹੀਂ ਕਰਾਂਗੇ ਤੇ ਅਸੀਂ ਗੁਨਾਹਗਾਰ ਹੋਵਾਂਗੇ। ਤੁਸੀਂ ਦੱਸ ਦਿਓ ਕਿਹੜਾ ਵਿਅਕਤੀ ਜਿਹੜਾ ਕਹਿੰਦਾ ਵੀ ਤੁਸੀਂ ਮੇਰਾ ਹੁਕਮ ਨਾ ਮੰਨੋ। ਕੋਈ ਦੁਨੀਆ ਦੇ ਵਿੱਚ ਕੋਈ ਐਸਾ ਤੁਹਾਨੂੰ ਕੋਈ ਆਫੀਸਰ ਮਿਲਿਆ ਜਿਹੜਾ ਕਵੇ ਜੀ ਕੋਈ ਗੱਲ ਨਹੀਂ ਜੀ, ਮੇਰਾ ਹੁਕਮ ਮੰਨਣਾ ਮੰਨੋ, ਨਾ ਮੰਨਣਾ ਤੇ ਨਾ ਮੰਨੋ? ਨਹੀਂ, ਕੋਈ ਦੁਨੀਆ ਵਿੱਚ ਵਿਅਕਤੀ ਐਸਾ ਨਹੀਂ ਹੈ ਕਿ ਤੁਸੀਂ ਉਹਦੇ ਹੁਕਮ ਦੀ ਅਦੂਲੀ ਕਰੋ ਔਰ ਉਹ ਤੁਹਾਨੂੰ ਪ੍ਰਵਾਨ ਕਰੇ। ਇੱਥੇ ਫਿਰ ਲੋਕਾਂ ਨੇ ਸਤਸੰਗ ਨਾਲ ਜੁੜਨਾ ਸ਼ੁਰੂ ਕੀਤਾ। ਸਤ ਸੰਗਤ ਹੋਵਣ ਤੈ ਲਾਗੀ, ਹਰ ਕੀਰਤ ਗਾਵੇਂ ਵਡ ਭਾਗੀ, ਸੇਵਾ ਸੰਤਨ ਕੀ ਸਭ ਕਰਹੀ, ਧਰ ਸ਼ਰਧਾ ਹਰ ਨਾਮ ਸਿਮਰਹੀ। ਇੱਥੇ ਫਿਰ ਲੋਕ ਸਿਮਰਨ ਕਰਨ ਲੱਗੇ, ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਲੱਗੇ। ਇੱਥੇ ਰੋਜ਼ ਸੰਗਤ ਹੋਣ ਲੱਗੀ। ਲੋਕ ਜਿਹੜੇ ਸੀ ਉਹ ਉਸ ਪ੍ਰਭੂ ਪਰਮਾਤਮਾ ਦੀ ਕੀਰਤੀ ਦੇ ਵਿੱਚ, ਸਿਫਤ ਸਲਾਹ ਦੇ ਵਿੱਚ ਜੁੜਨ ਲੱਗ ਪਏ। ਇੱਥੋਂ ਤੱਕ ਆਪਾਂ ਨੇ ਕਥਾ ਸੁਣੀ ਹੈ। ਹੁਣ ਅਗਲਾ ਖੰਡ ਹੈ ਕੇਤਮਾਲ। ਹਾਂਜੀ, ਸੁਮਤ ਸਦਨ। ਸਮਤ ਸਦਨ ਕੁਮ ਕਹਿ ਕਦਨ, ਇੰਦ ਬਦਨ ਜਗ ਮਾਹੇ, ਬੰਦੋ ਪਦ ਅਰਬਿੰਦ ਤੇ ਕਹੋ ਕਥਾ ਸੁਖਦਾਏ। ਆਖਿਆ ਹੀ ਪਰਮਾਤਮਾ, ਤੂੰ ਜਗਤ ਨੂੰ, ਸ੍ਰੇਸ਼ਟ ਨੂੰ ਬੁੱਧੀ ਦਿੰਦਾ ਹੈ। ਤੂੰ ਜਗਤ ਦੇ ਲੋਕਾਂ ਦੀ ਖੋਟੀ ਮੱਤ ਜਿਹੜੀ ਹੈ ਤੂੰ ਉਸ ਨੂੰ ਦੂਰ ਕਰਦਾ ਹੈ। ਇਸ ਕਰਕੇ ਮੈਂ ਤੇਰੇ ਕਮਲ ਰੂਪੀ ਚਰਨਾਂ ਤੇ ਮੱਥਾ ਟੇਕਦਾ ਔਰ ਜਿਹੜੀ ਅਗਲੀ ਕਥਾ ਹੈ ਮੈਂ ਉਸ ਨੂੰ ਵਰਣਨ ਕਰਦਾ। ਹਾਂਜੀ।
ਸੁਣੀਐ ਸ੍ਰੀ ਅੰਗਦ ਇਤਿਹਾਸਾ, ਵਿਦਾ ਹੋਏ ਗਮਨੇ ਸੁਖ ਰਾਸਾ। ਪੁਰਖੰਡ ਤੋਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਵਿਦਾ ਹੋਏ ਨੇ। ਉੱਥੋਂ ਸਤਿਗੁਰੂ ਜੀ ਨੇ ਪ੍ਰਸਥਾਨ ਕੀਤਾ ਹੈ। ਸੁੱਖਾਂ ਦੀ ਰਾਸ, ਸੁੱਖਾਂ ਦੀ ਪੂੰਜੀ, ਸੁੱਖਾਂ ਦੇ ਮੂਲ ਗੁਰੂ ਨਾਨਕ ਪੁਰਖੰਡ ਤੋਂ ਜਦੋਂ ਅੱਗੇ ਚੱਲੇ ਨੇ। ਹਾਂਜੀ। ਕੇਤ ਮਾਲ ਜਹ ਖੰਡ ਸੁਹਾਵਾ, ਤਹਾਂ ਪਹੁੰਚੈ ਦੁਖ ਬੰਦਾਵਾ। ਸਤਿਗੁਰੂ ਜੀ ਜਿਨ੍ਹਾਂ ਦੀ ਵਡਿਆਈ ਇਹ ਹੈ ਕਿ ਜਿੱਥੇ ਦੁੱਖਾਂ ਦੇ ਜੰਗਲ ਹੁੰਦੇ ਨੇ ਉੱਥੇ ਸਤਿਗੁਰੂ ਜੀ ਦਾਵਾ ਅਗੜ ਬਣ ਕੇ ਪਹੁੰਚਦੇ ਨੇ। ਜਿਹੜੀ ਜੰਗਲ ਵਿੱਚ ਅੱਗ ਲੱਗਦੀ ਉਹਨੂੰ ਦਾਵਾ ਅਗਣ ਕਹੀਦਾ। ਜਿਹੜੀ ਸਮੁੰਦਰ ਵਿੱਚ ਲੱਗਦੀ ਉਹਨੂੰ ਬੜਵਾ ਨਲ ਕਹੀਦਾ। ਜਿਹੜੀ ਪੇਟ ਵਿੱਚ ਹੈ ਉਹਨੂੰ ਅਸੀਂ ਜੇਠਰ ਅਗਨੀ ਕਹਿੰਦੇ ਆ। ਜਿਹੜੀ ਬੱਦਲਾਂ ਵਿੱਚ ਪੈਦਾ ਹੁੰਦੀ ਹੈ ਆਕਾਸ਼ ਵਿੱਚ ਉਹਨੂੰ ਅਸੀਂ ਅਸਮਾਨੀ ਬਿਜਲੀ ਕਹਿੰਦੇ ਜਿਹਨੂੰ। ਇਹ ਵੀ ਇੱਕ ਅਗਨੀ ਹੈ। ਇੱਕ ਅਗਨੀ ਉਹ ਹੈ ਜਿਹੜੀ ਸਾਡੇ ਰਸੋਈ ਵਿੱਚ, ਸਾਡੇ ਚੁੱਲ੍ਹੇ ਵਿੱਚ ਪੈਦਾ ਹੁੰਦੀ, ਬਲਦੀ ਹੈ ਔਰ ਸਾਡੀ ਘਰ ਦੀ ਰਸੋਈ ਤਿਆਰ ਹੁੰਦੀ ਹੈ, ਸਾਡੇ ਭੋਜਨ ਪਕਾਉਂਦੀ ਹੈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਦਾਵਾ ਅਗਣ ਬਣ ਕੇ ਉੱਥੇ ਪਹੁੰਚਦੇ ਨੇ ਜਿੱਥੇ ਦੁੱਖਾਂ ਦੇ ਜੰਗਲ ਹੀ ਜੰਗਲ ਨੇ, ਜਿੱਥੇ ਲੋਕ ਦੁੱਖਾਂ ਦੇ ਵਿੱਚ ਘਿਰੇ ਹੋਏ ਨੇ। ਸਤਿਗੁਰੂ ਜੀ ਪਹੁੰਚੇ ਨੇ ਕੇਤਮਾਲ। ਇਹ ਵੀ ਇੱਕ 9 ਖੰਡਾਂ ਦੇ ਵਿੱਚੋਂ ਖੰਡ ਹੈ। ਇੱਕ ਜ਼ਮੀਨ ਦਾ, ਧਰਤੀ ਦਾ ਇੱਕ ਟੁਕੜਾ ਹੈ। ਹਾਂਜੀ। ਭੂਪ ਪ੍ਰਜਾ ਤਹਿ ਕੇ ਨਰ ਸਾਰੇ, ਪੂਜੈ ਸ੍ਰੀ ਚੰਡੀ ਹਿਤ ਤਾਰੇ। ਦੁਬਾਰਾ ਪੜ੍ਹਿਓ। ਭੂਪ ਪ੍ਰਜਾ ਤਹਿ ਕੇ ਨਰ ਸਾਰੇ, ਪੂਜੈ ਸ੍ਰੀ ਚੰਡੀ ਹਿਤ ਤਾਰੇ। ਇੱਥੋਂ ਦੇ ਜਿਹੜੇ ਮਾਲਕੇਤ ਖੰਡ ਦੇ ਲੋਕ ਨੇ ਇਹ ਦੇਵੀ ਭਗਤ ਸਨ, ਇਹ ਦੇਵੀ ਪੂਜਕ ਸਨ। ਇਹ ਚੰਡਕਾ ਦੀ ਪੂਜਾ ਕਰਦੇ ਸੀ, ਚੰਡੀ ਦੇਵੀ ਦੀ। ਸਭ ਲੋਕ ਇਹਨਾਂ ਨੇ ਇਸ ਦੇਵੀ ਮਾਤਾ ਦਾ ਮੰਦਿਰ ਵੀ ਬਣਾਇਆ ਹੋਇਆ ਸੀ। ਹਾਂਜੀ। ਮੇਲਾ ਹੋ ਤੋ ਵਿਸ਼ਾਲ ਥੋ ਤਹਿਵਾ, ਪਵਨ ਕਾਲ ਕਾ ਰਾਜਤ ਜਹਵਾ। ਇਸ ਕਾਲਕਾ ਦੇਵੀ ਦਾ ਇਹਨਾਂ ਨੇ ਬਹੁਤ ਵੱਡਾ ਇੱਕ ਮੰਦਿਰ ਬਣਾਇਆ ਹੈ। ਉਸ ਮੰਦਿਰ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਸੀ। ਹੁਣ ਇਹ ਜ਼ਿਕਰ ਨਹੀਂ ਹੈ ਕਿ ਮੇਲਾ ਸਾਲਾਨਾ ਹੈ ਕਿ ਛਮਾਹੀ ਹੈ, ਕਿ ਜਾਂ ਜਿਵੇਂ ਆਪਾਂ ਕਈ ਜਗ੍ਹਾ ਵੇਖਦੇ ਵੀ ਹਰ ਮਹੀਨੇ ਮੱਸਿਆ ਭਰਦੀ ਹੈ, ਕਿਤੇ ਪੰਚਮੀ ਭਰਦੀ ਹੈ, ਕਿਤੇ ਸੰਗਰਾਂਦ ਤੇ ਲੋਕ ਜੁੜਦੇ ਨੇ, ਇਹਦਾ ਅਰਥ ਹੈ ਸਾਲ 'ਚ 12 ਵਾਰੀ ਜੁੜਦੇ ਨੇ। ਇਹ ਜ਼ਿਕਰ ਨਹੀਂ ਹੈ, ਪਰ ਇਹ ਜ਼ਿਕਰ ਜ਼ਰੂਰ ਹੈ ਵੀ ਜਿੱਥੇ ਇਸ ਕਾਲਕਾ ਦਾ, ਇਸ ਚੰਡੀ ਦੇਵੀ ਦਾ ਮੰਦਿਰ ਹੈ, ਉੱਥੇ ਬਹੁਤ ਵੱਡਾ ਮੇਲਾ ਹੁਤੋ ਵਿਸਾਲ ਸੁਤੈਵਾ, ਬਹੁਤ ਵੱਡਾ ਮੇਲਾ ਲੱਗਿਆ, ਜਿੱਥੇ ਕਾਲਕਾ ਦਾ ਇਹਨਾਂ ਲੋਕਾਂ ਨੇ, ਮਾਲਕੇਤ ਖੰਡ ਦੇ ਰਹਿਣ ਵਾਲੇ ਲੋਕਾਂ ਨੇ ਮੰਦਿਰ ਸੁਸ਼ੋਭਿਤ ਕੀਤਾ ਹੈ। ਹਾਂਜੀ। ਵੈਸੇ ਸ੍ਰੀ ਗੁਰ ਮਾਰਗ ਮਾਹੀ, ਨਰ ਅਨੇਕ ਆਵੇਂ ਇੱਕ ਜਾਹੀ। ਸਤਿਗੁਰੂ ਜੀ ਉਸ ਮੰਦਿਰ ਦੇ ਰਸਤੇ ਵਿੱਚ ਬਹਿ ਗਏ। ਦੇਖੋ, ਸਤਿਗੁਰੂ ਜੀ ਨੂੰ ਇੰਜ ਸਮਝਣਾ ਕਿ ਉਹ ਸਾਰਿਆਂ ਤੋਂ ਵੱਡਾ ਸਤਿਗੁਰੂ ਗੁਰੂ ਨਾਨਕ ਹੈ, ਇਹ ਪਹਿਲਾ ਗਿਆਨ ਹੈ। ਦੂਸਰਾ, ਉਹ ਪਰਮੇਸ਼ਰ ਦਾ ਸਰਗੁਣ ਰੂਪ ਹੈ, ਇਹ ਵੀ ਠੀਕ ਹੈ। ਤੀਸਰਾ, ਕਿ ਸੱਚੇ ਪਾਤਸ਼ਾਹ ਮਹਾਰਾਜ ਇਸ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਆਏ ਨੇ, ਇਹ ਵੀ ਠੀਕ ਹੈ। ਪਰ ਉਹਨਾਂ ਨੇ ਉਧਾਰ ਕੀਤਾ ਕਿਵੇਂ ਹੈ? ਦੇਖੋ, ਅਸੀਂ ਕਿਸੇ ਕੋਲ ਜਾਂਦੇ ਆ, ਅਸੀਂ ਕਹਿੰਦੇ ਜੀ ਮੈਨੂੰ ਇਹ ਬਿਮਾਰੀ ਹੈ, ਉਹ ਦਵਾਈ ਦੇ ਦਿੰਦਾ। ਹੁਣ ਜੇ ਉਹਨੇ ਕੋਈ ਫੱਕੀ ਦੇਤੀ, ਕੋਈ ਸਵਾਹ ਦੀ ਪੁੜੀ ਦੇਤੀ, ਕੋਈ ਗੋਲੀ, ਕੋਈ ਕੈਪਸੂਲ ਦੇ ਦਿੱਤਾ, ਕੋਈ ਸਿਰਪ ਦੇ ਦਿੱਤਾ, ਕੋਈ
ਬੋਤਲ ਦੇ ਵਿੱਚ ਕੋਈ ਪਾਣੀ ਵਰਗੀ ਦਵਾਈ ਦੇ ਦਿੱਤੀ, ਕੋਈ ਲਿਕੁਇਡ ਦਵਾਈ, ਕੋਈ ਡ੍ਰੌਪ ਦੇ ਦਿੱਤੇ, ਤੇ ਪੁੱਛਾਂਗੇ ਤੇ ਸਹੀ ਨਾ ਇਹ ਪਾਉਣੇ ਕਿਵੇਂ ਨੇ, ਖਾਣੇ ਕਿਵੇਂ ਨੇ। ਹੁਣ ਜਿਵੇਂ ਹੈਮੋਪੈਥੀ ਦਵਾਈ ਹੈ, ਉਹਦੇ ਲਈ ਵੀ ਇੱਕ ਨਿਯਮ ਹੈ ਕਿ ਘੱਟੋ ਘੱਟ ਅੱਧਾ ਘੰਟਾ ਅੱਗੇ ਪਿੱਛੇ ਤੁਸੀਂ ਕੁਝ ਹੋਰ ਨਾ ਖਾਓ, ਉਹਦਾ ਵੀ ਇੱਕ ਤਰੀਕਾ ਹੈ। ਹੁਣ ਉਹਦੇ ਪਿੱਛੇ ਕੀ ਹੈ ਇਹ ਮੈਨੂੰ ਵੀ ਨਹੀਂ ਪਤਾ, ਪਰ ਹਰ ਚੀਜ਼ ਨੂੰ, ਹਰ ਕੰਮ ਨੂੰ ਕਰਨ ਦਾ ਇੱਕ ਤਰੀਕਾ ਹੈ। ਮੇਰੀ ਬੇਨਤੀ ਕਰਨ ਤੋਂ ਭਾਵ ਇਹ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਆਏ ਨੇ, ਪਰ ਉਹਨਾਂ ਦੀ ਇੱਕ ਜੁਗਤੀ ਹੈ, ਇੱਕ ਉਹਨਾਂ ਦਾ ਤਰੀਕਾ ਹੈ। ਤਰੀਕਾ ਕੀ ਹੈ? ਉਹ ਢੋਲ ਨਹੀਂ ਵਜਾਉਂਦੇ, ਉਹ ਪੀਪਾ ਨਹੀਂ ਖੜਕਾਉਂਦੇ, ਉਹ ਲੋਕਾਂ ਨਾਲ ਜਾ ਕੇ ਝਗੜੇ ਨਹੀਂ ਕਰਦੇ। ਇਹ ਤਰੀਕਾ ਉਹਨਾਂ ਦਾ ਨਹੀਂ ਹੈ। ਹੁਣ ਇੱਥੇ ਆਏ ਤੇ ਕੀ ਕੀਤਾ ਕਿ ਇੱਥੇ ਲੋਕ ਦੇਵੀ ਦੇ ਭਗਤ ਸਨ, ਚੰਡੀ ਦੇ, ਕਾਲਕਾ ਦੇ। ਉਹਨਾਂ ਨੇ ਬੜਾ ਵੱਡਾ ਮੰਦਿਰ ਬਣਾਇਆ ਸੀ। ਜਦੋਂ ਸਤਿਗੁਰੂ ਪਹੁੰਚੇ ਨੇ, ਸ਼ਾਇਦ ਉੱਥੇ ਸਾਲਾਨਾ ਹੀ ਹੋ ਸਕਦਾ ਮੇਲਾ ਹੋਵੇ, ਬਹੁਤ ਵੱਡਾ ਮੇਲਾ ਭਰਿਆ ਸੀ। ਇਉਂ ਕਹਿ ਲਈਏ ਵੀ ਪੂਰੇ ਉਸ ਖੰਡ ਦੇ ਲੋਕ ਹੀ ਇਕੱਠੇ ਹੋਏ ਸਨ। ਤੇ ਸਤਿਗੁਰੂ ਨਾ ਤੇ ਮੰਦਿਰ ਵਿੱਚ ਗਏ। ਸਤਿਗੁਰੂ ਜੀ ਨੇ ਕੀ ਕੀਤਾ, ਮੰਦਿਰ ਦੇ ਰਸਤੇ ਵਿੱਚ ਆਪਣਾ ਆਸਣ ਲਾ ਲਿਆ। ਜਿੱਥੋਂ ਸਾਰੀ ਦੁਨੀਆ ਲੰਘਦੀ ਸੀ, ਉਸ ਰਸਤੇ ਦੇ ਵਿੱਚ ਸਤਿਗੁਰੂ ਸਮਾਧੀ ਲਾ ਕੇ ਬਹਿ ਗਏ। ਨਾਲ ਸਤਿਗੁਰੂ ਜੀ ਦੇ ਦੋ ਸੇਵਕ ਨੇ। ਹਾਂਜੀ। ਲੇਲੇ ਬਲ ਪਸ ਭੇਟ ਚੜਾਵੇ, ਬਰ ਪਾਵੇ ਨਿਜ ਸੀਸ ਝੁਕਾਵੇ। ਲੋਕ ਕੀ ਕਰਦੇ ਨੇ? ਲੇਲੇ ਲੈ ਕੇ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਗੁਰੂ ਪਿਤਾ ਜੀ ਰਸਤੇ ਵਿੱਚ ਬੈਠ ਗਏ ਤੇ ਕੀ ਵੇਖਦੇ ਨੇ? ਲੇਲੇ ਬਲ ਪਛ ਭੇਟ ਚੜਾਵੇਂ। ਕੋਈ ਵਿਰਲਾ ਹੀ ਆਦਮੀ ਖਾਲੀ ਹੱਥੀ ਆਉਂਦਾ ਹੈ, ਨਹੀਂ ਤੇ ਲੋਕ ਆਪਣੇ ਹੱਥਾਂ ਵਿੱਚ ਭੇਡਾਂ ਦੇ, ਬੱਕਰੀਆਂ ਦੇ ਉਹ ਲੇਲੇ ਛੇਲੇ ਲੈ ਕੇ ਜਾਂ ਹੋਰ ਜਾਨਵਰ ਲੈ ਕੇ ਉਹ ਮੰਦਿਰ ਵੱਲ ਜਾ ਰਹੇ ਨੇ। ਕੀ ਕਰਦੇ ਨੇ? ਉਹ ਇਹਨਾਂ ਪਸ਼ੂਆਂ ਦੀ ਜਾ ਕੇ ਭੇਟਾ ਚੜਾਉਂਦੇ ਨੇ। ਕਿਉਂ ਭੇਟਾ ਚੜਾਉਂਦੇ ਨੇ? ਉਹ ਦੇਵੀ ਨੂੰ ਇਹਨਾਂ ਪਸ਼ੂਆਂ ਦੀ ਬਲੀ ਦੇਣਾ ਚਾਹੁੰਦੇ ਨੇ, ਇਹਨਾਂ ਪਸ਼ੂਆਂ ਦੀ ਕੁਰਬਾਨੀ ਕਰਨੀ ਚਾਹੁੰਦੇ ਨੇ ਦੇਵੀ ਦੇ ਅੱਗੇ ਜਾ ਕੇ। ਹਾਂਜੀ। ਜਬੈ ਨਿਰਪਤ ਲੈ ਆਇਓ ਟੋਲਾ, ਹਮੈ ਬਿਲੋਕਤ ਮੁਖ ਤੇ ਬੋਲਾ। ਇਹ ਕੀ ਕਰਦੇ ਨੇ? ਅੱਗੇ ਜਾ ਕੇ ਦੇਵੀ ਦੇ ਮੰਦਿਰ ਵਿੱਚ ਖਲੋਂਦੇ ਨੇ ਵੀ ਦੇਵੀ ਮੈਂ ਤੇਰੇ ਲਈ, ਕੋਈ ਕਹਿੰਦਾ ਮੈਂ ਭੇਡ ਦਾ ਬੱਚਾ ਲਿਆਇਆ, ਕੋਈ ਕਹਿੰਦਾ ਮੈਂ ਬੱਕਰੀ ਦਾ ਬੱਚਾ ਲਿਆਇਆ, ਕੋਈ ਕਹਿੰਦਾ ਮੈਂ ਬੱਕਰੀ ਲਿਆਇਆ, ਕੋਈ ਕਹਿੰਦਾ ਮੈਂ ਭੇਡ ਲੈ ਕੇ ਆਇਆ, ਕੋਈ ਹੋਰ ਜਾਨਵਰ ਲੈ ਕੇ। ਤੇ ਕਹਿੰਦੇ ਨੇ ਦੇਵੀ ਮਾਤਾ ਤੂੰ ਇਹਨਾਂ ਦੀ ਬਲੀ ਲੈ ਲੈ ਤੇ ਮੈਨੂੰ ਵਰ ਦੇ ਦੇ, ਮੇਰੇ ਤੇ ਕਿਰਪਾ ਕਰ ਦੇ, ਮੇਰੀਆਂ ਮੁਰਾਦਾਂ ਪੂਰੀਆਂ ਕਰ ਦੇ। ਇਸ ਤਰ੍ਹਾਂ ਇਹ ਦੇਵੀ ਨੂੰ ਖੁਸ਼ ਕਰਕੇ, ਦੇਵੀ ਦੀਆਂ ਖੁਸ਼ੀਆਂ ਨਾਲ ਇਹ ਆਪਣੇ ਘਰ ਦੇ ਕਾਰਜਾਂ ਦੀ ਸਿੱਧੀ ਕਰਨਾ ਚਾਹੁੰਦੇ ਨੇ। ਸਤਿਗੁਰੂ ਵੇਖ ਰਹੇ ਨੇ ਕਿ ਇਹ ਲੋਕ ਪਸ਼ੂ ਲੈ ਕੇ ਜਾ ਰਹੇ ਨੇ ਤੇ ਮੰਦਿਰ ਦੇ ਵਿੱਚ ਬਲੀ ਦਿੰਦੇ ਨੇ, ਜਾ ਕੇ ਦੇਵੀ ਨੂੰ ਖੁਸ਼ ਕਰਦੇ ਨੇ। ਇਤਨੇ ਨੂੰ ਕੀ ਹੋਇਆ ਕਿ ਜਬੈ ਨਿਰਪਤ ਲੈ ਆਇਓ ਟੋਲਾ, ਇਹਨੇ ਨੂੰ ਰਾਜਾ ਆ ਗਿਆ। ਹੁਣ ਰਾਜਾ ਆਏਗਾ ਤੇ ਰਾਜੇ ਨਾਲ ਮੰਤਰੀ ਵੀ ਆਉਣਗੇ, ਮੰਤਰੀ ਆਉਣਗੇ ਨਾਲ ਅਹਿਲਕਾਰ ਵੀ ਆਉਣਗੇ, ਅਹਿਲਕਾਰ ਆਉਣਗੇ ਤੇ ਨਾਲ ਭਾਈ ਚਮਚੇ ਕੜਛੀਆਂ ਵੀ ਆਉਣਗੀਆਂ। ਕਈ ਲੋਕ ਹੁੰਦੇ ਇਦਾਂ ਦੇ ਹੁੰਦੇ ਨੇ, ਤੁਸੀਂ ਵੇਖਿਆ ਹੋਏਗਾ ਜਿਹੜੇ ਬੰਦੇ ਪਾਵਰ 'ਚ ਹੋਣ, ਮੇਰੇ ਅੱਗੇ 5-7 ਚਾਹ ਪੀਣ ਵਾਲੇ, ਰੋਟੀ ਖਾਣ ਵਾਲੇ ਉੱਦਾਂ ਹੀ ਮਗਰ ਤੁਰ ਪੈਣਗੇ। ਵੈਸੇ ਹੁੰਦੇ ਉਹ ਵੱਖਰੀ, ਇੱਕ ਰੱਬ ਨੇ ਇੱਕ ਜਾਤੀ ਪੈਦਾ ਕੀਤੀ ਹੈ ਵੀ ਰਾਜਾ ਕੁਛ ਵੀ ਕਰੇ ਤਾਂ ਉਹਨਾਂ ਨੇ ਤਾੜੀ ਮਾਰ ਦੇਣੀ ਹੈ, ਰਾਜਾ ਕੁਛ ਵੀ ਕਰੇ ਤਾਂ ਉਹਨਾਂ ਨੇ ਮਗਰੋਂ ਹੀ ਕਰ ਦੇਣਾ ਹੈ, ਹੋਰ ਕੁਛ ਨਹੀਂ ਕਰਨਾ। ਬਸ ਇਸੇ ਦੇ ਸਿਰ ਤੇ ਉਹਨਾਂ ਦੀ ਰੋਟੀ ਰੋਜੀ ਚੱਲਦੀ। ਰਾਜਾ ਬਦਲ ਜਾਏ ਤੇ ਉਹ ਨਾਲ ਹੀ ਬਦਲ ਜਾਂਦੇ ਨੇ। ਉਹ ਫਿਰ ਆਪਣਾ ਨਵੀਂ ਟੋਪੀ ਪਾਈ, ਨਵੇਂ ਕੱਪੜੇ ਪਾਏ, ਦੂਜੇ ਰਾਜੇ ਨਾਲ ਰਲ ਕੇ ਜਾ ਕੇ। ਇਹ ਕੜਛੀਆਂ ਚਮਚੇ ਲੋਕ ਹੁੰਦੇ ਨੇ, ਹੁਣ ਉਹ ਵੀ ਨਾਲ ਰਲੇ ਨੇ। ਜਦੋਂ ਰਾਜਾ ਆਇਆ ਤੇ ਰਾਜੇ ਦੇ ਨਾਲ ਤੇ ਟੋਲਾ ਆ ਗਿਆ, ਮੰਤਰੀ ਆਏ,
ਵਜ਼ੀਰ ਆਏ, ਅਹਿਲਕਾਰ ਆਏ, ਕਈ ਕੜਛੀਆਂ ਚਮਚੇ ਵੀ ਆ ਗਏ। ਹਮੇ ਬਲੋਕਤ ਮੁਖ ਤੇ ਬੋਲਾ। ਰਾਜੇ ਆਉਂਦੇ ਆਉਂਦੇ ਨੇ ਰਸਤੇ 'ਚ ਕੀ ਵੇਖਿਆ ਕਿ ਇਹ ਤਿੰਨ ਬੰਦੇ ਮੇਰੇ ਦੇਸ਼ ਦੇ ਬੰਦੇ ਨਹੀਂ, ਇਹ ਇਸ ਖੰਡ ਦੇ ਬੰਦੇ ਨਹੀਂ। ਜਿਹੜੀ ਧਰਤੀ ਦੇ ਟੁਕੜੇ ਤੇ ਮੈਂ ਰਹਿਣਾ, ਇਥੋਂ ਦੇ ਰਹਿਣ ਵਾਲੇ ਨਹੀਂ, ਇਹ ਤੇ ਕੋਈ ਪਰਦੇਸੀ ਨੇ, ਕੋਈ ਅਜਨਬੀ ਨੇ। ਹਾਂਜੀ। ਅਪਰਦੇਸ਼ ਕੇ ਮਨ ਜੋ ਦਿਸਾਵੇ, ਇੱਕ ਗਹਿ ਲੇਵੈ ਭੇਟ ਚੜਾਵੇ। ਰਾਜਾ ਰੁਕ ਗਿਆ, ਆਪਣੇ ਵਜ਼ੀਰਾਂ ਨੂੰ ਕਹਿੰਦਾ ਇਹ ਤਾਂ ਕਿਸੇ ਹੋਰ ਦੇਸ਼ ਦੇ ਬੰਦੇ ਲੱਗਦੇ ਨੇ, ਫੜੋ ਕਹਿੰਦਾ ਇਹਨਾਂ ਚੋਂ ਇੱਕ। ਅੱਜ ਕਹਿੰਦਾ ਮਾਤਾ ਦੀਆਂ ਬਹੁਤੀਆਂ ਖੁਸ਼ੀਆਂ ਲਈਏ ਆਪਾਂ, ਪਸ਼ੂ ਤਾਂ ਰੋਜ਼ ਹੀ ਭੇਟਾਂ ਚੜਾਈ ਦੇ ਨੇ, ਅੱਜ ਬੰਦਾ ਚੜਾਉਂਦੇ ਆ, ਦੇਵੀ ਬਹੁਤੀ ਖੁਸ਼ ਹੋਏਗੀ ਤੇ ਬਹੁਤੇ ਵਰ ਦੇਵੇਗੀ, ਉਹਦੀਆਂ ਖੁਸ਼ੀਆਂ ਮਿਲਣਗੀਆਂ, ਸਾਡੇ ਕਾਰਜ ਸਿੱਧ ਹੋਣਗੇ। ਹਾਂਜੀ। ਸੁਣਿਐ ਸ੍ਰੀ ਅੰਗਦ ਕਹਿ ਬਾਲਾ, ਮੁਝ ਕੋ ਗਹਿ ਲੀਨੋ ਤਹਿ ਕਾਲਾ। ਇਹ ਗੁਰੂ ਅੰਗਦ ਸਾਹਿਬ, ਰਾਜੇ ਦੇ ਬੰਦਿਆਂ ਨੇ ਮੈਨੂੰ ਫੜ ਲਿਆ। ਭਾਈ ਬਾਲਾ ਕਹਿੰਦਾ ਕਿ ਮੈਨੂੰ ਫੜਿਆ। ਰਾਜੇ ਦੇ ਬੰਦਿਆਂ ਨੇ ਨਾ ਤਾਂ ਗੁਰੂ ਨਾਨਕ ਸਾਹਿਬ ਨੂੰ ਹੱਥ ਲਾਇਆ, ਨਾ ਭਾਈ ਮਰਦਾਨੇ ਨੂੰ ਹੱਥ ਲਾਇਆ, ਤੇ ਮੈਨੂੰ ਫੜ ਲਿਆ ਵੀ ਚੱਲ ਤੂੰ ਚੱਲ ਬਈ। ਫੜ ਕੀ ਲਿਆ, ਅੱਗੇ ਲਾ ਕੇ ਤੋਰ ਲਿਆ। ਹਾਂਜੀ। ਬਹੁ ਹਰ ਖਾਏ ਬਜਾਵੇ ਢੋਲੂ, ਮੁਝੈ ਚਲਾਇਓ ਅਗਰਜ ਟੋਲੂ। ਇਹ ਲੋਕ ਨੱਚਦੇ ਸਨ, ਦੇਵੀ ਦੇ ਕੋਈ ਭਜਨ ਗਾਉਂਦੇ ਹੋਣਗੇ, ਨਾਲ ਇਹ ਢੋਲਕੀ ਵਜਾਉਂਦੇ ਸੀ। ਅੱਜ ਵੀ ਤੁਸੀਂ ਵੇਖੋ ਕਿ ਭਾਵੇਂ ਮਸਜਿਦ ਦੇ ਵਿੱਚ ਕੋਈ ਕਵਾਲੀਆਂ ਪੜ੍ਹਦਾ ਹੋਵੇ, ਭਾਵੇਂ ਮੰਦਿਰ 'ਚ ਕੋਈ ਭਜਨ ਗਾਉਂਦਾ ਹੋਵੇ, ਗੁਰਦੁਆਰੇ 'ਚ ਕੋਈ ਬਾਣੀ ਪੜ੍ਹਦਾ ਹੋਵੇ, ਤੇ ਕੋਈ ਨਾ ਕੋਈ ਤਬਲਾ, ਕੋਈ ਮਰਦੰਗ, ਕੋਈ ਨਾ ਕੋਈ ਢੋਲਕੀ ਸਾਜ਼ ਤੇ ਵੱਜਦਾ ਹੀ ਹੈ ਨਾ। ਜਿਹੜੇ ਇਹ ਸੰਗੀਤਕ ਜਿਹੜੇ ਇੰਸਟਰੂਮੈਂਟ ਨੇ, ਹੁਣ ਅੱਜ ਵੀ ਅਸੀਂ ਕੋਈ ਨਾ ਕੋਈ ਵਜਾਉਂਦੇ ਆ। ਉਸ ਵੇਲੇ ਵੀ ਇਹ ਢੋਲਕੀਆਂ ਟੱਲੀਆਂ ਵਜਾਉਂਦੇ ਆ ਰਹੇ ਸਨ। ਜਦੋਂ ਭਾਈ ਬਾਲੇ ਨੂੰ ਲਾ ਕੇ ਅੱਗੇ ਤੁਰੇ ਤੇ ਹੋਰ ਖੁਸ਼ ਹੋ ਗਏ ਵੀ ਅੱਜ ਤੇ ਮਾਤਾ ਬੜੀ ਖੁਸ਼ ਹੋਏਗੀ, ਅੱਜ ਤੇ ਮਾਤਾ ਨੂੰ ਅਸੀਂ ਬੰਦੇ ਦੀ ਬਲੀ ਦਿਆਂਗੇ, ਮਾਤਾ ਬੜੀ ਪ੍ਰਸੰਨ ਹੋਏਗੀ, ਵੱਡੇ ਵਰ ਦੇਵੇਗੀ, ਸਾਨੂੰ ਖੁਸ਼ੀਆਂ ਦੇਵੇਗੀ। ਹਾਂਜੀ। ਕਹਿ ਕੇ ਭੇਟ ਭਲੀ ਹਮ ਪਾਈ, ਹੋਇ ਪ੍ਰਸੰਨ ਬਰ ਦੇ ਜਗ ਮਾਈ। ਅਸੀਂ ਅੱਜ ਬੰਦੇ ਦੀ ਬਲੀ ਦੇਵਾਂਗੇ ਤੇ ਮਾਂ ਦੇਵੀ ਕਹੇਗੀ ਵੀ ਬਹੁਤ ਚੰਗੀ ਭੇਟਾ ਲੈ ਕੇ ਆਏ ਹੋ। ਜਦੋਂ ਆਪਾਂ ਗੁਰਦੁਆਰੇ ਵੀ ਆਉਂਦੇ ਆ, ਆਪਾਂ ਕੁਝ ਲੈ ਕੇ ਆਉਂਦੇ ਆ, ਭਾਵੇਂ ਪੈਸੇ ਹੋਣ, ਸੁਭਾਵਿਕ ਹੈ। ਜਿਹੜਾ ਮੇਰੇ ਵਰਗਾ ਰੋਜ਼ 10 ਰੁਪਏ ਮੱਥਾ ਟੇਕਦਾ, ਜਦੋਂ 100 ਦਾ ਨੋਟ ਕੱਢਦਾ, ਕਿਤੇ ਨਾ ਕਿਤੇ ਉਹਦੇ ਮਨ 'ਚ ਹੁੰਦੀ ਵੀ ਅੱਜ ਗੁਰੂ ਜੀ ਖੁਸ਼ ਹੋਣਗੇ, ਅੱਜ ਮੈਂ ਵੱਡਾ ਨੋਟ ਮੱਥਾ ਟੇਕਿਆ। ਜਿਹੜੇ ਆਪਾਂ ਰੋਜ਼ 10 ਰੁਪਈਆਂ ਦਾ ਪ੍ਰਸ਼ਾਦ ਕਰਾਉਂਦੇ ਆ, ਜਿੱਦਣ ਆਪਾਂ 100 ਰੁਪਏ ਦੀ ਦੇ ਕਰਾਵਾਂਗੇ, ਕਦੇ ਰੋਜ਼ ਡੂੰਘੇ ਡੋਨੇ ਜੇ 'ਚ ਲੈ ਕੇ ਆਉਂਦੇ ਆ, ਜਿੱਦਣ ਬਾਟੀ 'ਚ ਹੋਏਗਾ, ਥਾਲੀ 'ਚ ਪ੍ਰਸ਼ਾਦ ਹੋਏਗਾ, ਤੇ ਸਾਡੇ ਮਨ ਦਾ ਹੁੰਦਾ ਵੀ ਅੱਜ ਗੁਰੂ ਜੀ ਬੜੇ ਖੁਸ਼ ਹੋਣਗੇ ਵੀ ਅੱਜ ਮੇਰੇ ਭਗਤ ਨੇ ਵਾਹਵਾ ਪ੍ਰਸ਼ਾਦ ਚੜਾਇਆ। ਇਸੇ ਤਰ੍ਹਾਂ ਜਿਹੜੇ ਸਿਹਰਾ ਲੈ ਕੇ ਆਉਂਦੇ ਨੇ, ਨਾਰਮਲ ਲੋਕ 10, 20, 50 ਰੁਪਈਆਂ ਦਾ ਲਿਆਉਂਦੇ ਨੇ, ਪਰ ਮੈਂ ਕਈ ਵਾਰੀ ਵੇਖਿਆ ਵੀ ਲੋਕ 5-5, 7-700 ਦੇ ਸਿਹਰੇ ਚੁੱਕ ਲਿਆਉਂਦੇ ਨੇ, ਵੱਡੇ ਵੱਡੇ। ਤੇ ਉਹ ਐਵੇਂ ਨਹੀਂ ਲਿਆਉਂਦੇ, ਉਹਨਾਂ ਦੇ ਮਨ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਬਹੁਤ ਖੁਸ਼ ਹੋਣਗੇ ਕਿ ਵੀ ਇਹ ਵੱਡਾ ਭਗਤ ਹੈ, ਬਹੁਤ ਵੱਡਾ ਸਿਹਰਾ ਲੈ ਕੇ ਆਇਆ। ਤੇ ਇਹ ਇੱਕ ਸੁਭਾਵਿਕ ਹੈ, ਇੱਕ ਪੂਜਾ ਕਰਨ ਵਾਲੇ ਦੀ, ਪੂਜਾ ਅਰਚਾ ਕਰਨ ਵਾਲੇ ਦੀ ਇੱਕ ਮਨ ਦੀ ਵੇਦਨ ਜਿਹੜੀ ਅਵਸਥਾ ਹੈ, ਉਹਦਾ ਜ਼ਿਕਰ ਇਹਦੇ ਵਿੱਚ। ਕਵੀ ਜੀ ਇੱਥੇ ਲਿਖਦੇ ਨੇ ਕਿ ਜਿਹੜੇ ਰਾਜੇ ਦੇ ਨਾਲ ਲੋਕ ਸਨ, ਉਹ ਤਾਂ ਢੋਲਕੀਆਂ ਵਜਾ ਵਜਾ ਕੇ ਨੱਚਦੇ ਨੇ, ਤੇ ਸੋਚਦੇ ਇਹ ਨੇ ਕਿ ਕਹੇ ਕਿ ਭੇਟ ਭਲੀ ਹਮ ਪਾਈ। ਉਹ ਕਹਿੰਦੇ ਨੇ ਵੀ ਅੱਜ ਅਸੀਂ ਬਹੁਤ ਵਧੀਆ ਭੇਟਾ ਲੈ ਕੇ ਚੱਲੇ ਹਾਂ। ਮਾਤਾ ਵੀ ਕਹੇਗੀ ਵੀ ਇਦਾਂ ਦਾ ਬੰਦਾ ਤੇ ਤੁਸੀਂ ਰੋਜ਼ ਕਦੇ ਲਿਆਂਦਾ ਹੀ ਨਹੀਂ। ਹੁਣ ਵੇਖੋ, ਜਿਹੜੇ ਲੋਕ ਮੀਟ ਨਹੀਂ ਖਾਂਦੇ, ਮਾਸ ਨਹੀਂ ਖਾਂਦੇ, ਆਮਕ ਨਹੀਂ ਖਾਂਦੇ, ਉਹਨਾਂ ਲਈ
कोई गल मायना नहीं रखती, पर जिहड़े खांदे ने तुसीं उन्हां नूं पुछ के वेखो, वो इस खाने दियां तुहानूं हज़ारां किस्मां दसणगे। उत्थों का ये मीट अच्छा है जी, उत्थों का ये अच्छा है जी। मैं जिथे पहला पंजाब च रहिंदा सी ना, उत्थे बहुत महंगा ठेका मच्छी का चढ़दा सी, तो जिहड़ा मच्छी का ठेकेदार सी उन्हें कई बारी कहना ज्ञानी जी साडी मच्छी कलकत्ते तक जाती है। हुण मेरी जाने बला भी वो की हुंदा है। ते फिर जदों उन्होंने पूछया भी ये की, वो कहंदा भी कलकत्ता समुंदर के कंढे ते है, मच्छी तो समुंदर चों निकलती है, पर समुंदर खारा है तो कहते मच्छी भी खारी हुंदी है। ये जिहड़ी सतलुज दरिया की मच्छी है ये मिठी मच्छी हुंदी है। हुण जाने जिहड़े खांदे होणगे उन्हां नूं पता होएगा। ये जिहड़े अज ढोलकी वजा वजा के वो टल्लियां वजा वजा के भाई बाले नूं लैके जा रहे ने, इन्हां दी सोच वेखो। ये सोचदे की ने, कहें कि भेंट भली हम पाई। वो आप ही पहला खुश ने भी बकरी का बच्चा चढ़ाता, भेड़ का बच्चा चढ़ाता, किसी मझ का कोई कटुआ चढ़ाता, अज भी भेटा बड़ी वधिया मिली, अज तो बंदा लैके चले आ। वो अपनी तो खुश ने भी साढ़े कोले भेटा वधिया है, तो अगे उन्हों की सोच भी इहो ही है भी अज माता भी बड़ी खुश होएगी भी एवें मैनू कट्टियां बच्चे खुआई जाने, बंदा तो कदे खुआया ही नहीं। जिहड़े खांदे ने उन्होंने टेस्ट का फर्क तो पैगा ना। जिवें आपां दालां सब्जियां खाने आपां भी तो कोई स्पैशल कोई चीज़ खुआवे तो आपां कहने ना भी आ ते जी तुसीं बड़ा तुसीं वधिया कीता है, आते नवीं सब्जी बना के खुआई सानू अज। ये सोचते जाते हैं, इसे करके ज़्यादा नचते हैं, ज़्यादा टपते हैं, ज़्यादा ढोलकी कुटते हैं कि भली भेंट लैके चले आ हवै प्रसन्न बर दे जग माई। ये जिहड़ी जगत माता कालका चंडी है अज बड़ी खुश होएगी, अज बड़े वर देवेगी। अज इस पूरे केत माल खंड के लोग जिहड़े ने वो प्रसन्न हो जाणगे। हाँ जी। तित छिन आयो टिग मरदाना, मुझ सो इस बेद बचन बखाना। कहंदे मैनू फड़ के राजे दे बंदे अगे अगे ले जांदे सी, बाकी वो नचन गाउण भजन पढ़न विच मस्त सन। ते भाई मरदाना कहंदे आके मेरे कोल कन्न दे विच एक गल आखदे ने। हाँ जी। बाले रहो जीवना तेरा, मृत काल ने तो को घेरा। वो आके कहन लगे बालिया हुण तेरा जीवन खत्म है, क्योंकि थोड़ी दूर मंदिर है, उतों तक ही तू जाना है। अगे जाके इन्हों ने किहड़ा भी उत्थे किसी भी जाके कोई जमा कराउणा है, उदों इहो जिहा वक्त है नहीं सीगा भी पहले इहदा भार तोलिया जाएगा जी, फिर पर्ची कट्टी जाएगी जी, फिर मैडिकल किया जाएगा जी, फिर इहदी वारी आएगी जी, 5-7 दिनों बाद इहदी बली चढ़ेगी जी। नहीं, वो वड्डा मेला सी, जिवें जिवें जानवर जाते सी उवें वड्डी तुरे जाते सी। अगर तुसी कदे नेपाल का अज भी कदे इतिहास सुनो पढ़ोगे ना, तुसी हज़ारां 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 पशु जानवर अज भी उत्थे मंदिरां विच वड्ड दिते जांदे ने। ते जिहड़े इन्हां दी बली लैंदे ने, तुसी उन्हां दीयां मूवियां अजकल घुमदियां ने वीडियो, उन्होंने कली लंगोटी जी लाई होंदी है, तो जिवें एक वो विखाया होंदा ना भी वो भूत प्रेत किदां दे हुंदे ने, वो इदां दे बने होंदे ने। वो मेरा ख्याल आम झटकई इस तरह का नहीं हुंदा, जिस तरह के वो पुजारी लोग जिहड़े तैयार होए होंदे ने, बड़े खुश होंदे ने, वड्ड वड्ड के उन्हां जानवरां नूं लम्मा पा पा के वड्डी तुरे आउंदे ने। पता टीके ला के वड्डदे होणगे, पहलां बेहोश कर लैंदे होणगे जां निढाल कर लैंदे होणगे भुखा रख के उन्हां जानवरां नूं। नहीं तो जानवर वड्डना सौखा थोड़ा। मुसलमानां दे विच भी है, जिहड़ियां इन्हां दीयां ईद आउंदियां ने, किते बकरे वड्डे जांदे ने, किते ऊठ भी वड्डे जांदे ने। तो मैं एक दिन वीडियो वेख रहा सी, वो ऊठ नूं वड्डण लगे, ऊठ कईयां नूं खा गया, वो बिगड़ गया।
ਉਹਨੇ ਕਈ ਬੰਦਿਆਂ ਨੂੰ ਚੱਕ ਭਰ ਲਿਆ, ਚੁੱਕ ਲਏ ਤਾਂ ਹੀ ਫਿਰ। ਤੋ ਜਾਨਵਰ ਨੂੰ ਮਾਰਨਾ ਵੀ ਸੌਖਾ ਨਹੀਂ ਹੈ। ਤੋ ਇੱਥੇ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਭਾਈ ਮਰਦਾਨੇ ਨੇ ਜਾ ਕੇ ਕਿਹਾ, ਬਾਲਿਆ ਹੁਣ ਜੀਵਨ ਤੇਰਾ ਖਤਮ ਹੈ, ਬਾਲੇ ਰਹਿਓ ਜੀਵਨਾ ਤੇਰਾ, ਮ੍ਰਿਤੂ ਕਾਲਨ ਹੈ ਤੋਕੋ ਘੇਰਾ। ਬਾਲਿਆ ਇੱਥੋਂ ਲੈ ਕੇ ਉੱਥੋਂ ਤੱਕ ਹੀ ਜੀਵਨ ਹੈ ਤੇਰਾ। ਹੁਣ ਜਿਵੇਂ ਮੰਦਿਰ ਚ ਵੜੇਗਾ ਉਵੇਂ ਇਹਨਾਂ ਨੇ ਤੈਨੂੰ ਮਾਰ ਦੇਣਾ ਹੈ। ਹਾਂਜੀ। ਸਿਰ ਉਤਾਰ ਕਹਿ ਭੇਟ ਚੜਾਵੇ, ਪੂਜ ਗੌਰ ਜਾਂ ਕੋ ਬਰ ਪਾਵੇ। ਇਹ ਤੇਰਾ ਸਿਰ ਵੱਢ ਦੇਣਗੇ, ਤੇਰਾ ਸਿਰ ਵੱਢ ਕੇ ਇਹ ਮਾਤਾ ਦੀ ਸਰਦਲ ਤੇ ਰੱਖ ਦੇਣਗੇ, ਦੇਵੀ ਦੀ ਸਰਦਲ ਤੇ, ਉਹਦੇ ਦਰਵਾਜ਼ੇ ਤੇ ਤੇਰੀ ਭੇਟਾ ਚੜ ਜਾਏਗੀ ਤੇ ਆਪੇ ਵਰ ਪਾ ਲੈਣਗੇ। ਖੁਸ਼ ਦੇਵੀ ਖੁਸ਼ ਹੋ ਜਾਏਗੀ, ਇਹਨਾਂ ਦੀਆਂ ਝੋਲੀਆਂ ਭਰ ਦੇਵੇਗੀ। ਮੈਂ ਬੋਲਿਓ ਤੈਂ ਝੂਠ ਉਚਾਰਾ, ਮਰਨ ਜੀਵਨ ਤਨ ਕੋ ਬਿਵਹਾਰਾ। ਅੱਗੋਂ ਭਾਈ ਬਾਲਾ ਕਹਿਣ ਲੱਗਾ, ਮਰਦਾਨਿਆ ਇਹ ਝੂਠ ਹੈ ਕਿ ਇਹ ਮੈਨੂੰ ਉੱਥੇ ਲੈ ਜਾਣਗੇ ਤੇ ਮੈਨੂੰ ਮਾਰ ਦੇਣਗੇ, ਮੇਰੀ ਬਲੀ ਦੇ ਦੇਣਗੇ। ਨਹੀਂ, ਇਹ ਕੁਝ ਨਹੀਂ ਕਰ ਸਕਦੇ, ਕਿਉਂਕਿ ਜਨਮ ਤੇ ਮੌਤ ਇਹ ਪਰਮਾਤਮਾ ਦੇ ਹੱਥ ਵਿੱਚ ਹੈ। ਜੀਵਨ ਦੇਣਾ ਮੌਤ ਦੇਣੀ ਜਿਹੜੀ ਹੈ, ਮਰਨ ਜੀਵਨ ਤਿੰਨ ਕੋ ਬੇਵਹਾਰਾ, ਇਹ ਕਰਮ ਰੱਬ ਦਾ ਹੈ। ਇਹ ਬੰਦਾ ਕੋਈ ਨਹੀਂ ਕਰ ਸਕਦਾ। ਨਾ ਬੰਦਾ ਕਿਸੇ ਨੂੰ ਮਾਰ ਸਕਦਾ ਹੈ, ਨਾ ਬੰਦਾ ਕਿਸੇ ਨੂੰ ਜੀਵਨ ਦੇ ਸਕਦਾ ਹੈ। ਹਾਂਜੀ। ਪੰਚ ਤਤ ਮਿਲ ਸਿਰਜ ਸਰੀਰਾ, ਬਿਨ ਸਜਾਤ ਜਬ ਹੋਤ ਬਖੀਰਾ। ਜਦੋਂ ਪੰਜ ਤੱਤ ਆਪਸ ਵਿੱਚ ਮਿਲਦੇ ਨੇ ਤੇ ਸਰੀਰ ਬਣਦਾ ਹੈ। ਕਹਿੰਦੇ ਨੇ ਸਰੀਰ ਕੀ ਹੈ? ਕਹਿੰਦੇ ਪੰਜਾਂ ਤੱਤਾਂ ਦਾ ਸੁਮੇਲ ਹੈ। ਮੌਤ ਕੀ ਹੈ? ਇਹਨਾਂ ਪੰਜਾਂ ਤੱਤਾਂ ਦਾ ਖੰਡਾਓ ਹੈ। ਇਹਨੂੰ ਬੜਾ ਸੌਖਾ ਸਮਝਿਆ ਜਾ ਸਕਦਾ। ਕਿਸੇ ਦੀ ਬਾਡੀ ਚੋਂ ਪਾਣੀ ਘਟ ਜਾਏ, ਚਲੋ ਇਹ ਤੇ ਗੱਲ ਸਾਨੂੰ ਸਮਝ ਆਉਂਦੀ ਹੈ। ਇੱਕ ਗੱਲ ਸਾਨੂੰ ਕਰੋਨੇ ਨੇ ਸਮਝਾਈ ਵੀ ਆਕਸੀਜਨ ਘਟ ਜਾਂਦੀ ਹੈ, ਆਪਾਂ ਸੋਚ ਵੀ ਨਹੀਂ ਸਕਦੇ ਸੀ। ਆਪਾਂ ਇਹਦੇ ਸੁਣਦੇ ਸੀ ਵੀ ਕਿ ਉਹਨੂੰ ਆਕਸੀਜਨ ਲੱਗ ਗਈ ਜੀ, ਹੁਣ ਉਹਨੂੰ ਆਕਸੀਜਨ ਲਾ ਦਿੱਤੀ ਹੈ ਜੀ। ਅਸੀਂ ਆਕਸੀਜਨ ਨੂੰ ਸੋਚਦੇ ਸੀ ਵੀ ਇਹਨੂੰ ਸਾਹ ਨਹੀਂ ਆਉਂਦਾ। ਹਵਾ ਤੋਂ, ਪਾਣੀ ਤੋਂ, ਅਗਨੀ ਤੋਂ, ਇਹ ਪੰਜਾਂ ਤੱਤਾਂ ਤੋਂ ਸਰੀਰ ਬਣਿਆ। ਫਿਰ ਦੂਸਰਾ, ਕਿਸੇ ਦੇ ਹੱਥ ਪੈਰ ਠੰਡੇ ਰਹਿਣ ਲੱਗ ਜਾਣ, ਅਗਰ ਸਰੀਰ ਦੀ ਗਰਮੈਸ਼ ਘਟ ਜਾਏ ਤੇ ਤਾਂ ਵੀ ਸਰੀਰ ਜਿਹੜਾ ਹੈ ਉਹ ਬਿਖਰਨਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਪੰਜਾਂ ਤੱਤਾਂ ਚੋਂ ਕੋਈ ਵੀ ਚੀਜ਼ ਜਦੋਂ ਬਾਹਰ ਨਿਕਲਦੀ ਹੈ ਜਾਂ ਇਹ ਆਪਸ ਦੇ ਵਿੱਚੋਂ ਜਦੋਂ ਇਹ ਵੱਖਰੇ ਹੁੰਦੇ ਨੇ, ਉਦੋਂ ਮੌਤ ਹੁੰਦੀ ਹੈ। ਮੌਤ ਐਵੇਂ ਨਹੀਂ ਹੁੰਦੀ। ਪੰਜਾਂ ਤੱਤਾਂ ਦਾ ਆਪਸ ਵਿੱਚ ਬਿਖਰਨਾ ਇਹ ਮੌਤ ਹੈ। ਪੰਜਾਂ ਤੱਤਾਂ ਦਾ ਆਪਸ ਵਿੱਚ ਮਿਲ ਜਾਣਾ ਇਹ ਜੀਵਨ ਹੈ। ਹਾਂਜੀ। ਆਤਮ ਬਿਖੈ ਨ ਜਨਮ ਨ ਮਰਨਾ, ਹਰਖ ਨ ਸ਼ੋਕ ਨ ਕਹਿਤੇ ਡਰਨਾ। ਆਤਮਾ ਦੇ ਵਿੱਚ ਮਰਦਾਨਿਆਂ ਨਾ ਤੇ ਜਨਮ ਹੈ ਨਾ ਮੌਤ ਹੈ। ਮਰਦਾ ਕੀ ਹੈ? ਸਰੀਰ। ਜੰਮਦਾ ਕੀ ਹੈ? ਸਰੀਰ। ਆਤਮਾ ਤੇ ਨਹੀਂ ਜੰਮਦੀ, ਨਾ ਆਤਮਾ ਮਰਦੀ ਹੈ। ਉਹ ਜਿਹਨੂੰ ਜੀਓ ਕਹਿੰਦੇ ਆ, ਕੁਝ ਮਹੀਨੇ ਸਰੀਰ ਬਣਨ ਤੋਂ ਬਾਅਦ ਇਹ ਆਤਮਾ ਜਿਹੜੀ, ਇਹ ਜੀਓ ਜਿਹੜਾ ਹੈ, ਇਹ ਸਾਡੇ ਵਿੱਚ ਪ੍ਰਵੇਸ਼ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਸਰੀਰ ਦੇ ਠੰਡੇ ਹੋਣ ਤੋਂ, ਇਹਦੇ ਸੜਨ ਤੋਂ, ਦਬਾਏ ਜਾਣ ਤੋਂ, ਦਫਨਾਏ ਜਾਣ ਤੋਂ ਕੁਝ ਸਮਾਂ ਪਹਿਲਾਂ ਆਤਮਾ ਭੌਰ ਜਿਹੜਾ ਉਹ ਉਡਾਰੀ ਮਾਰ ਜਾਂਦਾ, ਜੀਵ ਨਿਕਲ ਜਾਂਦਾ ਵਿੱਚੋਂ, ਸਰੀਰ ਪਿਆ ਰਹਿ ਜਾਂਦਾ। ਆਖਿਆ ਮਰਦਾਨਿਆ, ਆਤਮਾ ਵਿਖੇ ਨਾ ਜਨਮ ਨਾ ਮਰਨਾ, ਹਰਖ ਨਾ ਸ਼ੋਕ ਨਾ ਕਹਿਤੇ ਡਰਨਾ। ਆਤਮਾ ਨੂੰ ਤਾਂ ਖੁਸ਼ੀ ਵੀ ਕੋਈ ਨਹੀਂ ਹੈ, ਸੋਗ ਵੀ ਕੋਈ ਨਹੀਂ ਹੈ। ਆਤਮਾ ਨੂੰ ਕਿਸੇ ਦਾ ਡਰ ਵੀ ਕੋਈ ਨਹੀਂ ਹੈ। ਹਾਂਜੀ। ਮਾਰ ਨ ਸਕੇ ਤਾਹੇ ਕੋ, ਸਤ ਚੇਤਨ ਨਿਤ ਆਨੰਦ ਜੋ। ਉਹਨੂੰ ਕੋਈ ਮਾਰ ਨਹੀਂ ਸਕਦਾ। ਸਤ ਚੇਤਨ ਨਿਤ ਆਨੰਦ ਜੋ।
ਆਤਮਾ ਜਿਹੜੀ ਹੈ ਉਹ ਸਤ ਚਿਤ ਆਨੰਦ ਦੀ ਅੰਸ਼ ਹੈ। ਹਾਂਜੀ। ਪਾਵਕ ਦਹਿ ਨ ਨੀਰ ਡੁਬੈ ਹੈ, ਕੋਟ ਸ਼ਸਤਰ ਕੋ ਨਹੀਂ ਛਿਦੇ ਹੈ। ਇਹਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਕਰੋੜਾਂ ਸ਼ਸਤਰ ਕਰੋੜਾਂ ਹਥਿਆਰ ਆਤਮਾ ਨੂੰ ਫੱਟੜ ਨਹੀਂ ਕਰ ਸਕਦੇ, ਜ਼ਖਮੀ ਨਹੀਂ ਕਰ ਸਕਦੇ, ਆਤਮਾ ਨੂੰ ਕੱਟ ਨਹੀਂ ਸਕਦੇ। ਹਥਿਆਰਾਂ ਨਾਲ ਆਤਮਾ ਨਹੀਂ ਕੱਟੀ ਜਾ ਸਕਦੀ, ਪਾਣੀ ਵਿੱਚ ਡੋਬੀ ਨਹੀਂ ਜਾ ਸਕਦੀ, ਅਗਨੀ ਵਿੱਚ ਸਾੜੀ ਨਹੀਂ ਜਾ ਸਕਦੀ। ਹਾਂਜੀ। ਜੀਵਨ ਮਰਨਾ ਮਾਨੈ ਪ੍ਰਾਣੀ, ਤਨ ਹੰਕਾਰ ਸੁਝੇ ਅਗਿਆਨੀ। ਜੰਮਣਾ ਤੇ ਮਰਨਾ ਇਹ ਸਿਰਫ ਉਹ ਲੋਕ ਸੋਚਦੇ ਨੇ ਜਿਹੜੇ ਹੰਕਾਰ ਦੀ ਸਤਾ ਤੇ ਜਿਉਂਦੇ ਨੇ। ਜਿਹੜੇ ਹੰਕਾਰ ਦੀ ਸਤਾ ਤੋਂ ਥੱਲੇ ਆ ਜਾਂਦੇ ਨੇ ਉਹ ਨਹੀਂ ਸਮਝਦੇ ਕਿ ਜਨਮ ਕੀ ਹੈ ਤੇ ਮੌਤ ਕੀ ਹੈ। ਉਹਨਾਂ ਨੂੰ ਕੀ ਫਰਕ ਪੈਂਦਾ? ਆਤਮਾ ਨੇ ਨਾ ਕਦੇ ਜਨਮ ਲਿਆ, ਨਾ ਕਦੇ ਉਹਨੂੰ ਮੌਤ ਆਈ ਹੈ। ਉਹ ਤਾਂ ਕੁਝ ਮਹੀਨਿਆਂ ਦਾ ਸਰੀਰ ਬਣਦਾ ਹੈ ਤੇ ਆ ਕੇ ਵਿੱਚ ਬਹਿ ਜਾਂਦੀ ਹੈ। ਅਜੇ ਸਰੀਰ ਚੱਲਦਾ ਹੀ ਹੁੰਦਾ ਹੈ ਤੇ ਉਹ ਆਪਣਾ ਵਿੱਚੋਂ ਉੱਡ ਕੇ ਚਲੀ ਜਾਂਦੀ ਹੈ। ਉਹਦਾ ਤੇ ਇਹਨਾਂ ਚੀਜ਼ਾਂ ਨਾਲ ਕੋਈ ਸੰਬੰਧ ਨਹੀਂ। ਜਿੰਨੀਆਂ ਬਿਮਾਰੀਆਂ ਨੇ ਇਹ ਸਰੀਰ ਨੂੰ ਨੇ। ਉਹ ਪਿੰਡਾਂ ਦੇ ਨਾ ਬਜ਼ੁਰਗ ਇੱਕ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ, ਕਹਿੰਦੇ ਪੁੱਤ ਜਦੋਂ ਮੱਝ ਮਰ ਜਾਏ ਨਾ ਤੇ ਮੱਝ ਦੇ ਚਿੱਚੜ, ਮੱਝ ਦੀਆਂ ਜੋਕਾਂ ਆਪੇ ਮਰ ਜਾਂਦੀਆਂ ਨੇ। ਵੇਖੋ ਕੈਂਸਰ ਹੈ, ਬੰਦੇ ਦਾ ਇਲਾਜ ਡਾਕਟਰ ਕਹਿੰਦੇ ਜੀ ਸੌਰੀ ਇਹ ਨਹੀਂ ਹੋ ਸਕਦਾ, ਪਰ ਜਦੋਂ ਬੰਦਾ ਮਰ ਜਾਏ, ਹੁਣ ਪੁੱਛੋ ਕੈਂਸਰ ਨੂੰ ਵੀ ਹੁਣ ਕੀ ਕਰੇਗੀ? ਖਤਮ। ਬਿਮਾਰੀ ਸਰੀਰ ਤੱਕ ਹੈ, ਜਦੋਂ ਸਰੀਰ ਹੀ ਮਰ ਗਿਆ ਤੇ ਬਿਮਾਰੀ ਆਪਣੇ ਆਪ ਹੀ ਖਤਮ ਹੋ ਗਈ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਨੂੰ ਤਨ ਦਾ ਹੰਕਾਰ ਹੈ, ਜਿਹੜੇ ਅਗਿਆਨੀ ਨੇ, ਉਹ ਇਸ ਨੂੰ ਜੰਮਣਾ ਤੇ ਮਰਨਾ ਸੋਚਦੇ ਨੇ। ਤਨ ਦੇ ਬੜਨ ਨੂੰ, ਤਨ ਦੇ ਬਿਨਸਣ ਨੂੰ। ਹਾਂਜੀ। ਅੰਤ ਸਮਾ ਤਨ ਆਨ ਲਗਤ ਜਬ, ਕੋਈ ਉਪਾਏ ਨ ਰਾਖ ਸਕਤ ਤਬ। ਮਰਦਾਨਿਆ, ਜਦੋਂ ਅੰਤ ਸਮਾਂ ਆਉਂਦਾ ਹੈ ਕੋਈ ਉਪਾਅ ਕੰਮ ਨਹੀਂ ਆਉਂਦਾ, ਕੋਈ ਦਵਾਈ ਕੰਮ ਨਹੀਂ ਆਉਂਦੀ, ਕਿਸੇ ਡਾਕਟਰ ਦੀ ਸਿਆਣਪ ਨਹੀਂ ਚੱਲਦੀ। ਹੁਣ ਇਹ ਗੱਲਾਂ ਸਾਡੀ ਜ਼ਿੰਦਗੀ ਦੇ ਨੇੜੇ ਤੇੜੇ ਰੋਜ਼ ਵਾਪਰਦੀਆਂ ਨੇ, ਰੋਜ਼, ਬਸ਼ਰਤ ਅਸੀਂ ਕੁਝ ਸਿੱਖਣਾ ਚਾਹੁੰਦੇ ਹੋਈਏ। ਅਗਰ ਤੁਸੀਂ ਸਿੱਖਣਾ ਚਾਹੋ ਤੇ ਤੁਸੀਂ ਕਿੰਨੇ ਬੰਦੇ ਵੇਖੇ ਹੋਣਗੇ ਜਿਹੜੇ ਬਚ ਗਏ। ਮੇਰਾ ਇੱਕ ਬੜਾ ਮਿੱਤਰ ਹੈ, ਕਹਿਣ ਲੱਗਾ ਗਿਆਨੀ ਜੀ ਮੈਨੂੰ ਤਾਂ ਸਟ੍ਰੋਕ ਹੋ ਗਿਆ ਸੀ। ਮੈਂ ਕਿਹਾ ਫਿਰ? ਕਹਿੰਦਾ ਮੈਂ ਬਚ ਗਿਆ। ਮੈਂ ਕਿਹਾ ਕਿਵੇਂ ਬਚ ਗਿਆ? ਕਹਿੰਦਾ ਮੈਨੂੰ ਸੌਣ ਲੱਗਿਆ ਪਤਾ ਲੱਗ ਗਿਆ। ਕਹਿੰਦਾ ਅਗਰ 2-3 ਮਿੰਟ ਵੀ ਹੋਰ ਲੇਟ ਹੁੰਦਾ ਮੈਨੂੰ ਅੱਖ ਲੱਗ ਜਾਂਦੀ ਤੇ ਮੈਨੂੰ ਸੁੱਤੇ ਸੁੱਤੇ ਨੂੰ ਸਟ੍ਰੋਕ ਦਾ ਅਟੈਕ ਆਉਣਾ ਸੀ। ਤੇ ਜਦੋਂ ਨੂੰ 6 ਘੰਟੇ 8 ਘੰਟਿਆਂ ਬਾਅਦ ਮੇਰੇ ਘਰਦਿਆਂ ਨੇ ਵੇਖਣਾ ਸੀ, ਕੰਬਲ ਰਜਾਈ ਲਾ ਕੇ, ਮੈਂ ਮਰੇ ਹੋਣਾ ਸੀ। ਕਿ ਇਹ ਰੱਬ ਦਾ ਕ੍ਰਿਸ਼ਮਾ ਨਹੀਂ ਤੇ ਹੋਰ ਕੀ ਹੈ? ਕਈ ਵਾਰੀ ਤੁਸੀਂ ਵੇਖਿਆ ਹੋਣਾ ਹੈ ਕਿ ਆਪਾਂ ਘਰ ਦੇ ਜੀ ਬੈਠੇ ਆ ਤੇ ਬੈਠਾ ਬੈਠੇ ਇੱਕ ਜੀ ਕਹਿੰਦਾ ਵੇਖੀ ਭਲਾ ਮੇਰਾ ਮੂੰਹ ਟੇਢਾ ਜਾਂ ਤਾਂ ਨਹੀਂ ਹੋ ਗਿਆ? ਤੂੰ ਕਹਿੰਦੇ ਹਾਂ ਲੱਗਦਾ ਤੇ ਹੈਗਾ। ਹੁਣ ਤੁਸੀਂ ਡਾਕਟਰ ਕੋਲ ਲੈ ਜਾਓ ਤੇ ਸਟ੍ਰੋਕ ਦਾ ਇੱਕ ਟਾਈਮ ਹੈ। ਅਗਰ ਉਸ ਟਾਈਮ ਦੇ ਵਿੱਚ ਤੁਹਾਨੂੰ ਮੈਡੀਕਲ ਹੈਲਪ ਮਿਲ ਜਾਏ, ਕੋਈ ਡਾਕਟਰੀ ਸਹੂਲਤ ਮਿਲ ਜਾਏ ਤੇ ਬਿਲਕੁਲ ਬੰਦਾ ਠੀਕ ਬਚ ਜਾਂਦਾ ਹੈ। ਪਰ ਉਹਦੇ ਵਿੱਚ ਅਗਰ ਕੁਝ ਘੰਟਿਆਂ ਦਾ ਗੈਪ ਹੋ ਜਾਏ ਤੇ ਨਹੀਂ ਬਚਦਾ। ਪਟਿਆਲੇ ਆਪਾਂ ਸੁਣਿਆ ਸੀ ਨਾ, ਨਿਹੰਗਾਂ ਨਾਲ ਪੁਲਿਸ ਵਾਲੇ ਲੜੇ, ਉਹਨੇ ਕਿਰਪਾਨ ਮਾਰੀ, ਉਹਦਾ ਹੱਥ ਵੱਢਿਆ ਗਿਆ। ਮੈਂ ਖੁਦ ਉਹਨੂੰ ਵੇਖਿਆ ਵੀਡੀਓ ਦੇ ਵਿੱਚ ਕਿ ਬੰਦਾ ਆਪਣਾ ਹੀ ਹੱਥ ਫੜ ਕੇ ਕਿਸੇ ਦੇ ਮੋਟਰਸਾਈਕਲ ਦੇ ਮਗਰ ਬਹਿ ਕੇ ਹਸਪੀਟਲ ਨੂੰ ਭੱਜਾ ਜਾਂਦਾ ਹੈ। ਹੁਣ ਮੈਡੀਕਲ ਲਾਈਨ ਦੇ ਵਿੱਚ ਇਹ ਅੱਜ ਸੁਵਿਧਾ ਹੈਗੀ ਹੈ। ਡਾਕਟਰਾਂ ਨੇ ਕਿਹਾ ਵੀ ਤੂੰ ਲੱਕੀ ਹੈ, ਤੇਰਾ ਹੱਥ ਜੁੜ ਜਾਏਗਾ। ਹੱਡੀਆਂ ਵੀ ਜੁੜ ਗਈਆਂ, ਨਾੜਾਂ ਵੀ ਜੁੜ ਗਈਆਂ, ਹੱਥ ਵੀ ਚੱਲ ਪਿਆ।
ਹੁਣ ਇਹਨੂੰ ਕੀ ਕਹੋਗੇ? ਇਹਨੂੰ ਹੈਗਾ ਕਿ ਜੇ ਵਧੀ ਹੈ ਤੇ ਉਹਦੇ ਢੋ ਵੀ ਹੈਗੇ ਨੇ, ਜੇ ਘਟੀ ਹੈ ਤੇ ਉਹਦਾ ਕੋਈ ਸੰਯੋਗ ਨਹੀਂ ਹੈਗਾ। ਭਾਈ ਬਾਲਾ ਕਹਿਣ ਲੱਗਾ, ਮਰਦਾਨਿਆ ਅੰਤ ਸਮਾਂ ਤਨ ਆਣ ਲਗਤ ਜਬ, ਕੋਈ ਉਪਾਏ ਨਾ ਰਾਖ ਸਕਤ ਤਬ। ਜੇ ਮੌਤ ਦਾ ਵਕਤ ਆ ਗਿਆ ਹੈ, ਕੋਈ ਨਹੀਂ ਰੱਖ ਸਕਦਾ। ਜੇ ਰੱਖੇ ਜਾ ਸਕਦੇ ਹੁੰਦੇ ਤੇ ਰਾਜੇ ਮਹਾਰਾਜੇ ਰੱਖੇ ਜਾਣੇ ਸੀ। ਬਾਦਸ਼ਾਹ ਸਿਕੰਦਰ ਨੇ ਜਦੋਂ ਕਿਹਾ ਸੀ ਨਾ ਕਿ ਜਨਾਜੇ ਦੇ ਵਕਤ ਮੇਰੇ ਕਫਨ ਚੋਂ ਹੱਥ ਬਾਹਰ ਕੱਢਣੇ ਤੁਸੀਂ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਸਮਰਾਟ ਸਿਕੰਦਰ ਹੈ ਉਹ ਵੀ ਖਾਲੀ ਹੱਥ ਚੱਲਿਆ ਹੈ। ਇਹ 'ਚ ਕਿਹੜਾ ਵੱਡਾ ਮੈਸੇਜ ਹੈ ਜੀ, ਸਾਰੀ ਦੁਨੀਆ ਖਾਲੀ ਹੱਥ ਜਾਂਦੀ ਹੈ? ਨਹੀਂ, ਮੈਸੇਜ ਇਹ ਨਹੀਂ ਸੀਗਾ। ਸੁਨੇਹਾ ਇਹ ਸੀਗਾ ਕਿ ਸਿਕੰਦਰ ਵੀ ਆਪਣੇ ਬਚਾਅ ਵਾਸਤੇ ਕੁਛ ਨਹੀਂ ਕਰ ਸਕਿਆ। ਨਾ ਉਹਦੀਆਂ ਫੌਜਾਂ ਕੰਮ ਆਈਆਂ ਜਦੋਂ ਮੌਤ ਆਈ, ਨਾ ਉਹਦੇ ਖਜ਼ਾਨੇ ਕੰਮ ਆਏ। ਹਾਂਜੀ। ਜੇ ਨਾ ਸਮਾ ਮ੍ਰਿਤ ਕੋ ਅਬ ਹੋਈ, ਰੋਮ ਨ ਛੇਦ ਸਕੈ ਕਬ ਕੋਈ। ਵੇਖ ਮਰਦਾਨਿਆ, ਜੇ ਮੇਰੀ ਮੌਤ ਆਈ ਹੈ ਤੇ ਹੁਣ ਮੈਨੂੰ ਕੋਈ ਬਚਾ ਨਹੀਂ ਸਕਦਾ। ਜੇ ਮੇਰੀ ਮੌਤ ਅਜੇ ਨਹੀਂ ਆਈ ਤੇ ਤੂੰ ਵੇਖ ਲਵੀਂ, ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਕੋਈ ਮੇਰਾ ਨੁਕਸਾਨ ਨਹੀਂ ਕਰ ਸਕਦਾ। ਹਾਂਜੀ। ਦੇਸ਼ ਕਾਲ ਪੁਨ ਬਸਤ ਬਹੋਰੀ, ਤੀਨੋਂ ਹੋਏ ਜਾਤ ਇਕ ਠੌਰੀ। ਜਦੋਂ ਦੇਸ਼, ਸਮਾਂ ਤੇ ਵਸਤੂ, ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ, ਤੀਨੋਂ ਹੋਏ ਜਾਤ ਇੱਕ ਠੌਰੀ। ਇਹ ਜਦੋਂ ਸਾਰੀਆਂ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਨੇ ਤਾਂ ਫਿਰ ਸਮਾਂ, ਦੇਸ਼, ਫਿਰ ਕੋਈ ਨਹੀਂ ਬਚਾ ਸਕਦਾ, ਫਿਰ ਮੌਤ ਨਿਸ਼ਚਿਤ ਹੈ। ਹਾਂਜੀ। ਤਬ ਇਹ ਦੇਹ ਬਿਨਸ ਕਰ ਜਾਈ, ਕੋਈ ਨ ਇਸ ਕੋ ਰਾਖ ਸਕਾਈ। ਕੋਈ ਨਹੀਂ ਰੱਖ ਸਕਦਾ। ਇਹਨੂੰ ਅੱਜ ਦੇ ਸ਼ਬਦਾਂ ਵਿੱਚ ਅਸੀਂ ਕੀ ਕਹਿੰਦੇ ਆ? ਸਮਾਂ, ਸਥਾਨ ਤੇ ਕਾਰਨ। ਜਦੋਂ ਤਿੰਨ ਚੀਜ਼ਾਂ ਰਲ ਜਾਂਦੀਆਂ ਨੇ ਤੇ ਮੌਤ ਨਿਸ਼ਚਿਤ ਹੈ। ਹਾਂਜੀ। ਏਕ ਨ ਤੀਨੋਂ ਮੈਂ ਜੇ ਮਿਲਤ ਹੈ, ਤਉ ਤਨ ਰੱਖਿਆ ਕਾਲ ਕਰਤ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵੀ ਚੀਜ਼ ਨਾ ਮਿਲੇ ਤੇ ਫਿਰ ਪਰਮਾਤਮਾ ਜਿਹੜਾ ਹੈ ਉਹ ਇਸ ਕਾਲ ਤੋਂ, ਇਸ ਮੌਤ ਤੋਂ ਸਾਨੂੰ ਰੱਖ ਲੈਂਦਾ ਹੈ। ਕਿਉਂਕਿ ਵਿਧਾ ਉਹੀ ਬਣਾਉਂਦਾ ਹੈ, ਸੰਜੋਗ ਉਹੀ ਬਣਾਉਂਦਾ ਹੈ, ਲਿਖਦਾ ਉਹੀ ਲਿਖਦਾ ਹੈ। ਸਾਰੇ ਕਾਰਨ ਕਰਨ ਵਾਲਾ ਉਹ ਪਰਮਾਤਮਾ ਜਿਹੜਾ ਹੈ ਉਹ ਆਪ ਹੈ। ਅਗਰ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ ਤੇ ਮੌਤ ਹੈ, ਪਰ ਇੱਕ ਚੀਜ਼ ਨਾ ਆਵੇ ਵਿੱਚ ਤੇ ਮੌਤ ਨਹੀਂ ਹੋ ਸਕਦੀ। ਹਾਂਜੀ। ਇਉ ਸੁਣ ਤੂਸ਼ਨ ਭਾ ਮਰਦਾਨਾ, ਮੁਝ ਸੰਗ ਦੇਵੀ ਭਵਨ ਭਿਆਨਾ। ਇਉਂ ਕਹਿ ਕੇ ਭਾਈ ਮਰਦਾਨਾ ਚੁੱਪ ਕਰ ਗਿਆ, ਭਾਈ ਬਾਲਾ ਵੀ ਚੁੱਪ ਕਰ ਗਿਆ। ਉਹ ਜਿਹੜੇ ਰਾਜੇ ਦੇ ਬੰਦੇ ਸੀ ਉਹ ਢੋਲਕੀਆਂ ਵਜਾਉਂਦੇ, ਨੱਚਦੇ, ਟੱਪਦੇ, ਭਜਨ ਕਰਦੇ, ਪਹੁੰਚ ਗਏ ਮੰਦਿਰ ਤੱਕ। ਇੰਨਾ ਕੀ ਦੂਰ ਸੀਗਾ। ਹਾਂਜੀ। ਸ਼੍ਰੀ ਗੁਰ ਆਪ ਤਹਾਂ ਚਲ ਆਏ, ਪਿਖੈ ਤਮਾਸ਼ੋ ਕਛ ਨ ਅਲਾਏ। ਮਗਰ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਵੀ ਆ ਗਏ, ਪਰ ਗੁਰੂ ਨਾਨਕ ਸਾਹਿਬ ਕੁਛ ਨਹੀਂ ਬੋਲੇ। ਉਹ ਇਸ ਜਗਤ ਤਮਾਸ਼ੇ ਨੂੰ ਵੇਖ ਰਹੇ ਨੇ ਕਿ ਦੁਨੀਆ ਕਰਦੀ ਕੀ ਹੈ, ਹੋ ਕੀ ਰਿਹਾ ਹੈ, ਵੀ ਉਸ ਕਰਤੇ ਦੀ ਇਹ ਖੇਡ ਕਿਵੇਂ ਖੇਡੀ ਜਾ ਰਹੀ ਹੈ। ਹਾਂਜੀ। ਜਬ ਗੇ ਦੁਰਗਾ ਕੇਰ ਅਗਾਰੀ, ਤਬ ਅਵਨੇਸ਼ਵਰ ਗਿਰਾ ਉਚਾਰੀ। ਜਦੋਂ ਇਸ ਦੁਰਗਾ ਦੇ, ਕਾਲਕਾ ਦੇ, ਚੰਡੀ ਦੇ, ਇੱਕੋ ਹੀ ਦੇਵੀ, ਉਹਦੇ ਵੱਖਰੇ ਵੱਖਰੇ ਨਾਂ ਨੇ। ਜਦੋਂ ਦੁਰਗਾ ਦੇ ਮੰਦਿਰ ਦੇ ਅੱਗੇ ਗਏ ਤੇ ਰਾਜੇ ਨੇ ਉੱਚੀ ਆਵਾਜ਼ ਵਿੱਚ ਆਖਿਆ, ਹੇ ਮਾਤਾ, ਹੇ ਦੇਵੀ। ਹਾਂਜੀ। ਇਸ ਮਾਨਵ ਕੋ ਪੇਟ ਚੜੀ ਜੈ, ਵਰਦਾਨੀ ਸੋ ਪ੍ਰਸੰਨ ਕਰੀ ਜੈ। ਆਖਿਆ, ਮਾਤਾ ਇਹ ਭੇਟਾ ਪ੍ਰਵਾਨ ਕਰ ਤੇ ਅੱਜ ਖੁਸ਼ ਹੋ ਤੇ ਸਾਨੂੰ ਵਰ ਬਖਸ਼, ਆਪਣੀਆਂ ਖੁਸ਼ੀਆਂ ਦੇ ਵਿੱਚ ਸਾਡੀਆਂ ਝੋਲੀਆਂ ਭਰ। ਹਾਂਜੀ।
ਪੀਰ ਪੂਰ ਵੀ ਪਵਨ ਅਗਾਰੀ, ਕੌਤਕ ਅਵਲੋਕਤ ਨਰ ਨਾਰੀ। ਇੰਨੇ ਨੂੰ ਉੱਥੇ ਬਹੁਤ ਵੱਡੀ ਭੀੜ ਇਕੱਠੀ ਹੋ ਗਈ। ਰਾਜਾ ਹਰ ਮੇਲੇ ਤੇ ਆਉਂਦਾ ਹੋਏਗਾ, ਉਸ ਵੇਲੇ ਇਹ ਰਾਜਾ ਹੈ ਤੇ ਆਮ ਲੋਕਾਂ ਨਾਲੋਂ ਭੇਟਾਂ ਬਲੀਆਂ ਵੱਧ ਚੜਾਉਂਦਾ ਹੋਏਗਾ। ਉੱਥੇ ਫਿਰ ਉਹਨਾਂ ਦੀਆਂ ਭੇਟਾਵਾਂ ਦੀ ਜਿਹੜੀ ਚੜ੍ਹਤ ਹੈ ਉਹ ਜ਼ਿਆਦਾ ਚੜ੍ਹਦੀ ਹੋਏਗੀ, ਉਹ ਜ਼ਿਆਦਾ ਉਸ ਵੇਲੇ ਜਾਨਵਰ ਮਾਰੇ ਜਾਂਦੇ ਹੋਣਗੇ, ਲੋਕ ਵੇਖਦੇ ਹੋਣਗੇ। ਅੱਜ ਜਦੋਂ ਰਾਜਾ ਆਇਆ ਤੇ ਬੜੀ ਭੀੜ ਇਕੱਠੀ ਹੋ ਗਈ। ਪੀਰ ਭੂਰ ਭੀ ਭਵਨ ਅਗਾਰੀ, ਕੌਤਕ ਅਵਲੋਕਤ ਨਰ ਨਾਰੀ। ਇਸਤਰੀਆਂ ਪੁਰ ਇਕੱਠੇ ਹੋ ਗਏ, ਸਾਰੇ ਇਸ ਕੌਤਕ ਨੂੰ, ਖੇਡ ਤਮਾਸ਼ੇ ਨੂੰ ਵੇਖਣਾ ਚਾਹੁੰਦੇ ਨੇ। ਹਾਂਜੀ। ਖੈਂਚ ਲਈ ਇੱਕ ਮਨੁਜ ਕਿਰਪਾਨਾ, ਚਮਕੇ ਦੇਖ ਡਰਿਓ ਮਰਦਾਨਾ। ਇਹਨੇ ਨੂੰ ਉਹ ਵਿਅਕਤੀ ਜਿਹੜਾ ਮਾਤਾ ਨੂੰ ਭੇਟਾ ਚੜਾਉਂਦਾ ਸੀ, ਇਹ ਬਲੀਆਂ ਚੜਾਉਂਦਾ ਸੀ, ਉਹਨੇ ਤਲਵਾਰ ਕੱਢ ਲਈ। ਜਿਵੇਂ ਉਹਨੇ ਤਲਵਾਰ ਮਿਆਨ ਚੋਂ ਖਿੱਚੀ ਹੈ, ਕਵੀ ਜੀ ਕਹਿੰਦੇ ਭਾਈ ਮਰਦਾਨਾ ਤੇ ਡਰ ਗਿਆ ਵੀ ਇਹ ਤਾਂ ਹੁਣ ਨਿਸ਼ਚਿਤ ਹੈ, ਜੇ ਮਿਆਨ ਚੋਂ ਬਾਹਰ ਆ ਗਈ ਹੈ ਤੇ ਇਹ ਤਾਂ ਹੁਣ ਭਾਈ ਬਾਲੇ ਦੀ ਗਰਦਨ ਤੇ ਚੱਲੇਗੀ। ਹਾਂਜੀ। ਸੰਗ ਰਹਿਣ ਵਾਰੋ ਪ੍ਰਭ ਤੇਰੇ, ਰੱਖਿਆ ਆਪ ਕਰੋ ਇਸ ਬੇਰੇ। ਫਿਰ ਭਾਈ ਮਰਦਾਨੇ ਦੇ ਮੁਖ ਤੋਂ ਇੱਕ ਸ਼ਬਦ ਨਿਕਲਿਆ, ਬਾਬਾ ਨਾਨਕ ਇਹਦੀ ਰੱਖਿਆ ਕਰੋ, ਤੁਹਾਡਾ ਸੰਗੀ ਹੈ, ਤੁਹਾਡਾ ਸੇਵਕ ਹੈ, ਹਰ ਵਕਤ ਤੁਹਾਡੇ ਨਾਲ ਤੁਹਾਡੀ ਸੇਵਾ ਦੇ ਵਿੱਚ ਰਹਿੰਦਾ ਹੈ। ਹਾਂਜੀ। ਤੇ ਛਿਨ ਕ੍ਰੋਧ ਕਾਲ ਕਾ ਕੜਕੀ, ਪੀਰ ਪੂਰ ਮੇਲੇ ਕੀ ਫੜਕੀ। ਕਹਿੰਦੇ ਫਿਰ ਇੱਥੇ ਉਸ ਮੰਦਰ ਦੇ ਵਿੱਚੋਂ ਇੱਕ ਬੜੀ ਕੜਕਵੀਂ ਆਵਾਜ਼ ਆਈ। ਹੁਣ ਕਵੀ ਜੀ ਨੇ ਇੱਥੇ ਲਿਖਿਆ ਵੀ ਕਾਲਕਾ ਹੀ ਕੜਕੀ ਹੈ। ਉਹ ਦੇਵੀ ਜਿਹੜੀ ਹੈ ਉਹਨੇ ਕੜਕ ਕੇ ਜਦੋਂ ਆਵਾਜ਼ ਦਿੱਤੀ, ਬੜੀ ਭਿਆਨਕ, ਪ੍ਰਗਟੀ ਚੰਡ ਪ੍ਰਚੰਡ ਭਿਆਨਾ, ਤੇ ਛਿਨ ਕ੍ਰੋਧ ਕਾਲਕਾ ਕੜਕੀ, ਭੀਰ ਭੂਰ ਮੇਲੇ ਕੀ ਭੜਕੀ। ਤੇ ਉਹ ਜਿਹੜੇ ਤਮਾਸ਼ੇ ਵੇਖਣ ਵਾਲੇ ਲੋਕ ਸੀ ਉਹ ਤੇ ਭੱਜ ਪਏ, ਇੱਕ ਦੂਜੇ ਦੇ ਉੱਤੋਂ ਦੀ ਟੱਪਦੇ ਜਾਂਦੇ ਨੇ। ਹੁਣ ਜਦੋਂ ਅੰਦਰੋਂ ਬਹੁਤ ਕੜਕਵੀਂ ਦੇਵੀ ਦੀ ਆਵਾਜ਼ ਆਉਂਦੀ ਹੈ, ਸਭ ਭੈ ਭੀਤ ਹੋ ਗਏ। ਹਾਂਜੀ। ਪ੍ਰਗਟੀ ਚੰਡ ਪ੍ਰਚੰਡ ਭਿਆਨਾ, ਤੇਹ ਨਰ ਕਰ ਕੇ ਛੀਨ ਕਿਰਪਾਨਾ। ਕਵੀ ਜੀ ਕਹਿੰਦੇ ਸਾਰਾ ਕੁਝ ਐਵੇਂ ਹੋਇਆ ਜਿਵੇਂ ਬਿਜਲੀ ਦੇ ਚਮਕਣ ਦਾ ਦ੍ਰਿਸ਼ ਹੁੰਦਾ ਹੈ, ਵੀ ਉਹ ਕੜਕ ਵੀ ਪਈ ਤੇ ਪ੍ਰਗਟ ਵੀ ਹੋ ਗਈ ਤੇ ਉਹਨੇ ਉਸ ਬੰਦੇ ਤੋਂ ਤਲਵਾਰ ਵੀ ਖੋਲੀ। ਉਸ ਦੇਵੀ ਨੇ ਉਹ ਤਲਵਾਰ ਜਿਹੜੀ ਸੀ ਉਸ ਵਿਅਕਤੀ ਦੇ ਹੱਥ ਤੋਂ ਖਿੱਚ ਲਈ। ਹਾਂਜੀ। ਹੋਤੋ ਨਰੇਸ਼ ਠਾਂਡ ਜਹ ਠਾਈ, ਜਾਏ ਤਾਹੇ ਕੇ ਕੰਠ ਲਗਾਈ। ਔਰ ਇਸ ਤੋਂ ਪਹਿਲਾਂ ਕਿ ਬਾਕੀ ਗੱਲ ਸਮਝ ਆਉਂਦੀ, ਕਹਿੰਦੇ ਦੇਵੀ ਨੇ ਉਹੀ ਤਲਵਾਰ ਜਿਹੜੀ ਹੈ ਉਹ ਜਾ ਕੇ ਰਾਜੇ ਦੀ ਧੌਣ ਤੇ ਮਾਰਤੀ। ਜਿਹੜੀ ਬੰਦੇ ਨੇ ਭਾਈ ਮਰਦਾਨੇ ਭਾਈ ਬਾਲੇ ਦੇ ਮਾਰਨੀ ਸੀ, ਦੇਵੀ ਭਟਕੀ ਹੈ, ਉਸ ਬੰਦੇ ਤੋਂ ਤਲਵਾਰ ਖੋਈ ਹੈ ਔਰ ਰਾਜੇ ਦੇ ਉੱਤੇ ਚਲ ਜਾ ਕੇ ਉਸਨੇ ਵਾਰ ਕਰ ਦਿੱਤਾ। ਤਤ ਛਿਨ ਧਰ ਤੇ ਸਿਰ ਗਿਰ ਪਰਿਆ, ਜਨ ਸ਼ਾਖਾ ਤੇ ਫਨ ਕਿਨ ਹਰਿਆ। ਉਸੇ ਵਕਤ ਸਿਰ ਜਿਹੜਾ ਸੀ ਗਰਦਨ ਤੋਂ ਥੱਲੇ ਡਿੱਗ ਪਿਆ। ਕਿਵੇਂ ਡਿੱਗਿਆ? ਕਵੀ ਜੀ ਕਹਿੰਦੇ ਜਿਵੇਂ ਕਿਸੇ ਦਰਖਤ ਤੋਂ ਫਲ ਡਿੱਗਦਾ ਹੈ, ਕਿਸੇ ਪੇੜ ਤੋਂ ਫਲ ਥੱਲੇ ਡਿੱਗੇ, ਇਹੋ ਜਿਹਾ ਦ੍ਰਿਸ਼ ਹੈ ਕਿ ਜਦੋਂ ਰਾਜੇ ਦੇ ਧੌਣ ਤੋਂ ਸਿਰ ਜਿਹੜਾ ਸੀ ਉਹ ਥੱਲੇ ਜ਼ਮੀਨ ਤੇ ਜਾ ਡਿੱਗਿਆ। ਹਾਂਜੀ। ਸ਼੍ਰੋਣਤ ਚੱਲਿਓ ਗਰਿਓ ਨ੍ਰਿਪ ਧਰਣੀ, ਭਾਗੇ ਲੋਕ ਪਿਖਤ ਅਸ ਕਰਨੀ। ਜਦੋਂ ਦੇ ਸਿਰ ਵੱਢਿਆ ਜਾਂਦਾ ਹੈ ਨਾ ਬੰਦੇ ਦਾ, ਹਾਲਾਂਕਿ ਮੈਂ ਦ੍ਰਿਸ਼ ਵੇਖਿਆ ਤੇ ਨਹੀਂ, ਪਰ ਕਹਿੰਦੇ ਜਿਹੜਾ ਸਰੀਰ ਹੁੰਦਾ ਹੈ ਨਾ ਉਹ ਉਛਲਦਾ ਹੈ। ਕਈ ਵਾਰੀ ਹੁੰਦਾ ਕਿ ਉਹ ਅਨਬੈਲੈਂਸ ਹੋਵੇ ਤੇ ਨਾਲ ਦੀ ਨਾਲ ਡਿੱਗ ਪੈਂਦਾ ਹੈ, ਤੇ ਕਈ ਵਾਰੀ ਕਹਿੰਦੇ ਇਦਾਂ ਹੁੰਦਾ ਵੀ ਜਿਵੇਂ ਬੰਦਾ ਪੱਬਾਂ ਭਾਰ ਨੱਚਦਾ ਹੈ ਨਾ, ਇਸ ਤਰ੍ਹਾਂ ਇਹ ਸਰੀਰ ਨੱਚਦਾ ਹੈ।
ਅਸੀਂ ਬੱਕਰੇ ਵੱਢੀ ਦੇ ਵੇਖੇ ਨੇ, ਮੁਰਗੇ ਵੱਢੀ ਦੇ ਵੇਖੇ ਨੇ, ਬੰਦਾ ਵੱਢੀ ਦਾ ਵੇਖਿਆ ਨਹੀਂ ਕਦੇ। ਪਰ ਜਿਨ੍ਹਾਂ ਨੇ ਵੇਖਿਆ ਉਹ ਦੱਸਦੇ ਨੇ, ਕਿਉਂਕਿ ਆਪਾਂ ਤਾਂ ਰੋਜ਼ ਹੀ ਸੁਣਦੇ ਇੱਥੇ ਮਰਡਰ ਹੋ ਗਿਆ ਜੀ, ਉੱਥੇ ਮਰਡਰ ਹੋ ਗਿਆ ਜੀ। ਔਰ ਇਹੋ ਜਿਹੇ ਸੀਨ ਵੀ ਆਪਾਂ ਵੇਖਦੇ ਹਾਂ, ਸੁਣਦੇ ਹਾਂ ਕਿ ਬੰਦਾ ਕਈ ਵਾਰੀ ਇੰਨਾ ਵੀ ਖੂੰਖਾਰ ਹੋ ਜਾਂਦਾ ਹੈ ਕਿ ਉਹ ਜਿਹਦਾ ਸਿਰ ਵੱਢਦਾ ਹੈ ਉਹ ਸਿਰ ਫੜ ਕੇ ਉੱਤੋਂ ਵਾਲਾਂ ਤੋਂ ਆਪ ਹੀ ਥਾਣੇ ਆ ਜਾਂਦਾ ਵੀ ਆ ਚੱਕ ਲਓ ਥਾਣੇਦਾਰ ਸਾਹਿਬ, ਵੱਢਤਾ ਮੈਂ ਤਾਂ। ਹੁਣ ਜਿਹਨੇ ਸਿਰ ਵੱਢਿਆ ਹੋਏਗਾ ਉਹਨੇ ਸਰੀਰ ਤੜਫਦਾ ਵੀ ਤਾਂ ਵੇਖਿਆ ਹੋਏਗਾ ਵੀ ਉਦੋਂ ਬਾਅਦ ਸਰੀਰ ਕਿਵੇਂ ਤੜਫਦਾ। ਰਾਜੇ ਦਾ ਸਿਰ ਜਾ ਕੇ ਧਰਤੀ ਤੇ ਡਿੱਗ ਪਿਆ, ਬਸ ਫਿਰ ਕੀ ਸੀ, ਮੰਦਰ ਖਾਲੀ ਹੋ ਗਿਆ, ਭੱਜ ਗਈ ਦੁਨੀਆ ਵੀ ਮਾਤਾ ਦਾ ਕੀ ਹੈ। ਇਸ ਤੋਂ ਬਾਅਦ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਚੌਥੇ ਤੋਂ ਪੰਜਵਾਂ। ਉਹ ਨਾ ਹੋਵੇ ਮਾਤਾ ਸਾਰਿਆਂ ਦੇ ਸਿਰ ਵੱਢ ਸੁੱਟੇ, ਸਭ ਲੋਕ ਦੌੜ ਗਏ। ਹਾਂਜੀ। ਰਹਿਓ ਨ ਕੋ ਨਰ ਤੇ ਥਾਨਾ, ਤੀਨੋਂ ਮੈਂ ਸ਼੍ਰੀ ਗੁਰ ਮਰਦਾਨਾ। ਕੇਵਲ 3 ਵਿਅਕਤੀ ਉੱਥੇ ਬਾਕੀ ਬਚੇ ਨੇ, ਇੱਕ ਭਾਈ ਮਰਦਾਨਾ ਹੈ, ਇੱਕ ਸਤਿਗੁਰੂ ਨੇ, ਇੱਕ ਭਾਈ ਬਾਲਾ ਹੈ। ਹਾਂਜੀ। ਤੇ ਛੇਨ ਸ਼੍ਰੀ ਚੰਡੀ ਕੇ ਸਾਥਾ, ਬਚਨ ਪਣਿਓ ਇਸ ਬੇਦ ਜਗਨਾਥਾ। ਸਤਿਗੁਰੂ ਕਹਿਣ ਲੱਗੇ ਉਸ ਦੇਵੀ ਨੂੰ ਵੀ ਇਹ ਕੀ ਕੀਤਾ ਜੀ, ਇਹ ਤੇ ਸਾਡਾ ਸਿੱਖ ਫੜ ਕੇ ਲੈ ਆਇਆ ਤੇਰੀਆਂ ਖੁਸ਼ੀਆਂ ਲੈਣ ਵਾਸਤੇ। ਇਹ ਤੇ ਹਰ ਸਾਲ ਇੱਥੇ ਹਜ਼ਾਰਾਂ ਆ ਕੇ ਤੈਨੂੰ ਬਲੀਆਂ ਦਿੰਦਾ ਸੀ, ਤੇਰਾ ਤੇ ਭਗਤ ਸੀ, ਤੇ ਤੂੰ ਆਪਣਾ ਭਗਤੀ ਮਾਰ ਸੁੱਟਿਆ। ਹਾਂਜੀ। ਭੂਪਤ ਸੇਵਕ ਹੋ ਤੋ ਤੁਮਾਰਾ, ਬਾਲੇ ਕੋ ਬਚਾਏ ਸੋ ਮਾਰਾ। ਇਹ ਤੇਰਾ ਭਗਤ ਸੀ ਤੇ ਤੂੰ ਸਾਡਾ ਸਿੱਖ ਤੇ ਬਚਾ ਦਿੱਤਾ, ਤੇ ਆਪਣਾ ਭਗਤ ਤੂੰ ਅੱਜ ਵੱਢ ਸੁੱਟਿਆ, ਮਾਰ ਦਿੱਤਾ। ਹਾਂਜੀ। ਤਿਨ ਪ੍ਰਸੰਨ ਕੀ ਨੀਰੀਤਾ, ਕ੍ਰੋਧ ਭਰੀ ਕਿਉਂ ਕੀਏ ਵਿਪਰੀਤਾ। ਇਹ ਤੂੰ ਜਿਹੜੀ ਉਹਨੇ ਰੀਤ ਕੀਤੀ ਤੈਨੂੰ ਪ੍ਰਸੰਨ ਕਰਨ ਦੀ ਕੀਤੀ ਵੀ ਚਲੋ ਅੱਜ ਬੰਦੇ ਦੀ ਬਲੀ ਦਿੰਨੇ ਤੇ ਮਾਤਾ ਜ਼ਿਆਦਾ ਖੁਸ਼ ਹੋਵੇਗੀ, ਤੇ ਤੂੰ ਇਹਦੇ ਤੋਂ ਉਲਟ ਕੀਤਾ ਕਿ ਤੂੰ ਉਸੇ ਨੂੰ ਹੀ ਮਾਰ ਦਿੱਤਾ ਹੈ। ਹਾਂਜੀ। ਤਬ ਸ਼੍ਰੀ ਚੰਡੀ ਬਚਨ ਉਚਾਰੇ, ਸੁਣ ਸ਼੍ਰੀ ਨਾਨਕ ਸ਼੍ਰੋਣ ਮਝਾਰੇ। ਤਦੋਂ ਕਹਿੰਦੇ ਉਹ ਜਿਹੜੀ ਦੇਵੀ ਹੈ ਉਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਪਿਤਾ ਨੂੰ ਨਮਸਕਾਰ ਕਰਦੀ ਹੈ, ਬੋਲਦੀ ਹੈ। ਹਾਂਜੀ। ਜੇ ਹਰ ਜਨ ਪਰਮੇਸ਼ਰ ਪਿਆਰੇ, ਰਛਿਆ ਕਰ ਹਉ ਸੰਜ ਸਕਾਰੇ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਕਹਿੰਦੀ ਮੈਂ ਉਹਨਾਂ ਦੀ ਬਲੀ ਨਹੀਂ ਲੈ ਸਕਦੀ, ਉਹਨਾਂ ਦੀ ਰੱਖਿਆ ਤੇ ਮੈਨੂੰ ਵੀ ਕਰਨੀ ਪੈਂਦੀ ਹੈ। ਹਾਂਜੀ। ਜੇ ਮਤ ਮੰਦ ਤਿਨੋ ਦੁਖ ਦੇਹੀ, ਤੇ ਮਾਰੋ ਮੇਰੀ ਮਤ ਇਹੀ। ਜਿਹੜੇ ਰੱਬ ਦੇ ਭਗਤਾਂ ਨੂੰ ਦੁੱਖ ਦਿੰਦੇ ਨੇ, ਮੈਂ ਉਹਨਾਂ ਨੂੰ ਮਾਰਦੀ ਹਾਂ, ਮੈਂ ਉਹਨਾਂ ਨੂੰ ਪਾਲਦੀ ਨਹੀਂ ਆ। ਹਾਂਜੀ। ਇਹ ਭੂਪਤ ਮਤ ਮੰਦ ਕੁਚਾਰੀ, ਮਾਰਨ ਆਇਓ ਸੰਤ ਅਗਾਰੀ। ਅੱਜ ਰਾਜੇ ਨੇ ਮਾੜੀ ਗੱਲ ਕੀ ਕੀਤੀ ਹੈ ਕਿ ਇੱਕ ਸੰਤ ਬੰਦਾ ਜਿਹੜਾ ਸੀ ਉਹ ਲਿਆ ਕੇ ਮੇਰੇ ਅੱਗੇ ਮਾਰਨਾ ਸ਼ੁਰੂ ਕਰ ਦਿੱਤਾ। ਹਾਂਜੀ। ਕਿਉ ਕ੍ਰੋਧ ਜਾਂ ਤੇ ਮੈਂ ਮਾਰਾ, ਮਰਤ ਸੰਤ ਕੋ ਤੁਰਤ ਉਬਾਰਾ। ਇਸੇ ਕਰਕੇ ਮੈਨੂੰ ਪ੍ਰਗਟ ਹੋਣਾ ਪਿਆ, ਕਿਉਂਕਿ ਜੇ ਹੋਰ ਦੇਰੀ ਲੱਗਦੀ ਤੇ ਉਹਨਾਂ ਨੇ ਸੰਤ ਨੂੰ ਮਾਰ ਦੇਣਾ ਸੀ, ਔਰ ਮੈਨੂੰ ਸੰਤ ਦੀ ਰੱਖਿਆ ਕਰਨੀ ਪਈ। ਹਾਂਜੀ। ਆਸ ਕਹਿ ਲੋਭ ਭਈ ਤਬ ਦੇਵੀ, ਜਗ ਮਾਤਾ ਈਸ਼ਵਰੀ ਅਭੇਵੀ। ਬਸ ਇੰਨੇ ਕੁ ਬਚਨ ਹੋਏ, ਮੁੜ ਕੇ ਫਿਰ ਉਹ ਦੇਵੀ ਨਜ਼ਰ ਨਹੀਂ ਆਈ, ਅਲੋਪ ਹੋ ਗਈ। ਹਾਂਜੀ। ਵੱਡਿਓ ਨਗਰ ਮੈਂ ਸ਼ੋਕ ਅਪਾਰੀ, ਠੌਰ ਠੌਰ ਰੋਵੇ ਨਰ ਨਾਰੀ। ਹੁਣ ਇਸ ਲੋਕ ਦੇ ਵਿੱਚ ਲੋਕ ਰੋਂਦੇ ਨੇ, ਬਹੁਤ ਰੋਂਦੇ ਨੇ, ਥਾਂ ਥਾਂ ਤੇ ਰੋਂਦੇ ਨੇ। ਇਹ ਕੀ ਬਣਿਆ? ਜਿਸ ਦੇਵੀ ਦੇ ਵਰ ਪਾ ਕੇ ਅਸੀਂ ਵਸਦੇ ਸੀ, ਉਸ ਦੇਵੀ ਨੇ ਤੇ ਸਾਡਾ ਰਾਜਾ ਹੀ ਖਾ ਲਿਆ, ਰਾਜਾ ਹੀ ਮਾਰ ਦਿੱਤਾ। ਲੋਕ ਵਰਲਾਪ ਕਰਦੇ ਨੇ, ਥਾਂ ਪਰ ਥਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਵੈਣ ਪਾ ਪਾ ਕੇ ਰੋਂਦੇ ਨੇ। ਹਾਂਜੀ। ਕੀਏ ਵਿਚਾਰ ਜਿਹੋ ਤੈ ਸਿਆਣੇ,
ਗਹਿ ਜੋ ਕਲਾਵਾਨ ਮਨ ਜਾਣੇ। ਉਹਨਾਂ ਵਿੱਚੋਂ ਜਿਹੜੇ ਸਿਆਣੇ ਬੰਦੇ ਸੀ ਉਹ ਕਹਿੰਦੇ ਭਾਈ ਗੱਲ ਹੋਈ ਕਿਵੇਂ ਹੈ। ਫਿਰ ਅਖੀਰ ਉਹ ਇਸ ਨਤੀਜੇ ਤੇ ਪਹੁੰਚੇ ਵੀ ਗੱਲ ਤਾਂ ਸ਼ੁਰੂ ਹੋਈ ਉਹ ਜਿਹੜੇ 3 ਬੰਦੇ ਸੀ ਉੱਥੇ ਬੈਠੇ ਬਾਜ਼ਾਰ 'ਚ, ਉਹਨਾਂ ਤੋਂ ਅਸੀਂ ਉਹਨਾਂ ਦਾ ਇੱਕ ਬੰਦਾ ਚੁੱਕ ਲਿਆ ਵੀ ਚਲੋ ਅੱਜ ਇਹਦੀ ਬਲੀ ਦਿੰਨੇ ਆ, ਤੇ ਉਹਦੇ ਮਾਰਨ ਤੋਂ ਇਹ ਸਾਰਾ ਕੁਝ ਜਿਹੜਾ ਉਲਟਾ ਵਾਪਰ ਗਿਆ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।